ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ। ਆਦਿ ਸੱਚ ਜੁਗਾਦਿ ਸੱਚ ਹੈ ਭੀ ਸੱਚ, ਨਾਨਕ ਹੋਸੀ ਭੀ ਸੱਚ। ਚੱਕਰ ਚਿਹਨ ਅਰ ਵਰਨ ਜਾਤਿ ਅਰ ਪਾਤ ਨਹਿਨ ਜੇਹ, ਰੂਪ ਰੰਗ ਅਰ ਰੇਖ ਭੇਖ, ਕੋ ਕਹਿ ਨਾ ਸਕਤ ਕੇਹ। ਅਚਲ ਮੂਰਤ ਅਨਭਉ ਪ੍ਰਕਾਸ਼, ਅਮਿਤੋਜ ਕਹਿਜੈ ਕੋਟ ਇੰਦਰ ਇੰਦਰਾਨ, ਸਾਹੇ ਸਾਹਾਨ ਗਣਿਜੈ। ਤ੍ਰਿਭੁਵਨ ਮਹੀਪ ਸੁਰ ਨਰ ਅਸੁਰ, ਨੇਤ ਨੇਤ ਬਾਂਤਰਣ ਕਹਿਤ। ਤੈ ਸਰਬ ਨਾਮ ਕਥੈ ਕਵਨ, ਕਰਮ ਨਾਮ ਵਰਣਤ ਸੁਮਤ। ਤੇਰੇ ਕਵਨ ਕਵਨ ਗੁਣ ਕਹਿ ਕਹਿ ਗਾਵਾਂ, ਤੂੰ ਸਾਹਿਬ ਗੁਣੀ ਨਿਧਾਨ। ਤੁਮਰੀ ਮਹਿਮਾ ਵਰਨ ਨ ਸਾਕਾਂ, ਤੂੰ ਠਾਕੁਰੀ ਊਚ ਭਗਵਾਨਾ। ਸੁਣ ਹਰ ਕਥਾ ਉਤਾਰੀ ਮੈਲ, ਮਹਾ ਪੁਨੀਤ ਭਏ ਸੁਖ ਸੈਲ। ਸਭ ਤੇ ਉਤਮ ਹਰ ਕੀ ਕਥਾ, ਨਾਮ ਸੁਨਤ ਦਰਦ ਦੁਖ ਲੱਥਾ। ਹਮੇ ਅਵਗੁਣ ਭਰੇ ਇਕ ਗੁਣ ਨਾਹੀ, ਅੰਮ੍ਰਿਤ ਛਾਡ ਬਿਖੈ ਬਿਖ ਖਾਈ। ਮਾਇਆ ਮੋਹ ਭਰਮ ਪੈ ਭੂਲੇ, ਸੁਤ ਦਾ ਰਸ ਪ੍ਰੀਤ ਲਗਾਈ। ਇਕ ਉੱਤਮ ਪੰਥ ਸੁਨਿਓ ਗੁਰ ਸੰਗਤ, ਤਿਹ ਮਿਲੰਤ ਜਮ ਤਰਾਸ ਮਿਟਾਈ। ਇਕ ਅਰਦਾਸ ਭਾਟ ਕੀਰਤ ਕੀ, ਗੁਰ ਰਾਮਦਾਸ ਰਾਖੋ ਸਰਣਾਈ। ਇਕ ਅਰਦਾਸ ਭਾਟ ਕੀਰਤ ਕੀ, ਗੁਰ ਰਾਮਦਾਸ ਰਾਖੋ ਸਰਣਾਈ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਠ ਮਹੱਲਾ ਚੌਥਾ। ਚੌਥਾ ਆਪੇ ਅੰਡਜ ਜੇਰਜ ਸੇਤ ਜੋਤ ਭੁਜ, ਆਪੇ ਖੰਡ ਆਪੇ ਸਭ ਲੋਏ। ਆਪੇ ਸੂਤ ਆਪੇ ਬਹੁਮਣੀਆਂ, ਕਰ ਸਕਤੀ ਜਗਤ ਪਰੋਏ। ਆਪੇ ਅੰਡਜ ਜੇਰਜ ਸੇਤ ਜੋਤ ਭੁਜ, ਆਪੇ ਖੰਡ ਆਪੇ ਸਭ ਲੋਏ। ਆਪੇ ਸੂਤ ਆਪੇ ਬਹੁਮਣੀਆਂ, ਕਰ ਸਕਤੀ ਜਗਤ ਪਰੋਏ। ਆਪੇ ਹੀ ਸੂਤ ਧਾਰ ਹੈ ਪਿਆਰਾ, ਸੂਤ ਖਿੰਚੇ ਟਹਿ ਟਹਿਰੀ ਹੋਏ। ਮੇਰੇ ਮਨ ਮੈਂ ਹਰ ਬਿਨ ਅਵਰ ਨ ਕੋਏ, ਸਤਿਗੁਰ ਵਿੱਚ ਨਾਮ ਨਿਧਾਨ ਹੈ ਪਿਆਰਾ। ਕਰ ਦਇਆ ਅੰਮ੍ਰਿਤ ਮੁਖ ਚੋਏ ਰਹਾਉ, ਆਪੇ ਜਲ ਥਲ ਸ਼ਬਦ ਹੈ ਪਿਆਰਾ। ਪ੍ਰਭ ਆਪੇ ਕਰੇ ਸੋ ਹੋਏ, ਸਭਨਾ ਰਿਜਕ ਸਮਾਹ ਦਾ ਪਿਆਰਾ। ਦੂਜਾ ਅਵਰ ਨ ਕੋਏ, ਆਪੇ ਖੇਲ ਖਿਲਾਏ ਦਾ ਪਿਆਰਾ। ਆਪੇ ਕਰੇ ਸੋ ਹੋਏ, ਆਪੇ ਹੀ ਆਪ ਨਿਰਮਲਾ ਪਿਆਰਾ। ਆਪੇ ਨਿਰਮਲ ਸੋਏ, ਆਪੇ ਕੀਮਤ ਪਾਏ ਦਾ ਪਿਆਰਾ। ਆਪੇ ਕਰੇ ਸੋ ਹੋਏ, ਆਪੇ ਅਲਖ ਨ ਲਖੀਐ ਪਿਆਰਾ। ਆਪ ਲਖਾਵੈ ਸੋਏ, ਆਪੇ ਗਹਿਰ ਗੰਭੀਰ ਹੈ ਪਿਆਰਾ। ਤਿਸ ਜੇ ਵਡ ਅਵਰ ਨ ਕੋਏ, ਸਭ ਘਟ ਆਪੇ ਭੋਗਵੈ ਪਿਆਰਾ। ਵਿੱਚ ਨਾਰੀ ਪੁਰਖ ਸਭ ਲੋਏ, ਨਾਨਕ ਗੁਪਤ ਵਰਤਦਾ ਪਿਆਰਾ। ਗੁਰਮੁਖ ਪ੍ਰਗਟ ਹੋਏ, ਸਭ ਘਟ ਆਪੇ ਭੋਗਵੈ ਪਿਆਰਾ। ਵਿੱਚ ਨਾਰੀ ਪੁਰਖ ਸਭ ਸੋਏ, ਨਾਨਕ ਗੁਪਤ ਵਰਤਦਾ ਪਿਆਰਾ। ਗੁਰਮੁਖ ਪ੍ਰਗਟ ਹੋਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਜੀ ਦੀ ਸਾਜੀ ਨਿਵਾਜੀ ਪਰਮ ਸਨਮਾਨਯੋਗ ਗੁਰੂ ਖਾਲਸਾ ਸਾਧ ਸੰਗਤ ਜੀ, ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ, ਉਹਨਾਂ ਦੇ ਦਸੇ ਸਰੂਪ
ਦਸਾਂ ਹੀ ਪਾਤਸ਼ਾਹੀਆਂ ਦੇ ਆਤਮਿਕ ਜੋਤ ਸਰੂਪ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ, ਦੀਨ ਦੁਨੀਆ ਦੇ ਵਾਲੀ, ਚਵਰ ਛਤਰ ਤਖਤ ਦੇ ਮਾਲਕ, ਜਿਨ੍ਹਾਂ ਦੀ ਮਿਹਰ ਦਾ ਸਦਕਾ ਵਡਭਾਗੀ ਜਨਾਂ ਨੇ ਅੰਮ੍ਰਿਤ ਵੇਲੇ ਤੋਂ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਦਰਬਾਰ ਦੀ ਹਾਜ਼ਰੀ ਭਰਦਿਆਂ ਹੋਇਆਂ ਹਰ ਜਸ ਸ਼ਰਵਣ ਕਰਕੇ ਲਾਹਾ ਪ੍ਰਾਪਤ ਕੀਤਾ ਹੈ। ਆਸਾ ਜੀ ਦੀ ਵਾਰ ਦੇ ਕੀਰਤਨ ਤੋਂ ਉਪਰੰਤ ਲੜੀਵਾਰ ਗੁਰਬਾਣੀ ਦੀ ਕਥਾ ਸੋਠ ਰਾਗ ਵਿੱਚੋਂ ਚੌਥੇ ਪਾਤਸ਼ਾਹ ਜੀ ਦੇ ਸ਼ਬਦ ਕੱਲ੍ਹ ਪ੍ਰਾਰੰਭ ਆਪਾਂ ਕੀਤੇ ਸਨ। ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਜਿਵੇਂ ਕਿਰਪਾ ਕਰਦੇ ਹਨ, ਆਓ ਭਾਵਨਾ ਨਾਲ ਸਰਵਣ ਕਰਕੇ ਲਾਹਾ ਪ੍ਰਾਪਤ ਕਰੀਏ। ਇਹ ਚੌਥੇ ਪਾਤਸ਼ਾਹ ਜੀ ਨੂੰ ਕੁਝ ਗੁਰਮੁਖਾਂ ਨੇ ਬੇਨਤੀ ਕੀਤੀ ਸੀ, ਮਹਾਰਾਜ ਸੱਚੇ ਪਾਤਸ਼ਾਹ ਜੀ, ਅਕਾਲ ਪੁਰਖ ਵਾਹਿਗੁਰੂ ਦੀ ਵਿਆਪਕਤਾ ਕਿੱਥੋਂ ਕੁ ਤੱਕ ਆਪ ਜੀ ਕਥਨ ਕਰਦੇ ਹੋ। ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਕੁਝ ਸ਼ਬਦ ਲਗਾਤਾਰ ਪਰਮਾਤਮਾ ਸਾਰੇ ਪਾਸੇ ਵਰਤ ਰਿਹਾ ਹੈ, ਉਹ ਸਰਬ ਵਿਆਪੀ ਹੈ। ਇਹ ਕੁਝ ਸ਼ਬਦ ਮਹਾਰਾਜ ਜੀ ਨੇ ਉਚਾਰਨ ਕੀਤੇ ਸਨ। ਜਿਵੇਂ ਮਹਾਰਾਜ ਕਿਰਪਾ ਕਰਦੇ ਨੇ, ਅੱਜ ਵੀ ਲਾਹਾ ਪ੍ਰਾਪਤ ਕਰੀਏ ਗੁਰੂ ਸਾਹਿਬ ਜੀ ਦਾ ਪਾਵਨ ਪਵਿੱਤਰ ਉਪਦੇਸ਼ ਸਰਵਣ ਕਰਕੇ। ਸੋਠ ਮਹੱਲਾ ਚੌਥਾ। ਆਪੇ ਅੰਡਜ ਜੇਰਜ ਸੇਤ ਜੋਤ ਭੁਜ, ਆਪੇ ਖੰਡ ਆਪੇ ਸਭ ਲੋਏ। ਉਹ ਅਕਾਲ ਪੁਰਖ ਵਾਹਿਗੁਰੂ ਨੇ ਚਾਰ ਖਾਣੀਆਂ ਪੈਦਾ ਕੀਤੀਆਂ ਨੇ, ਜਿਨ੍ਹਾਂ ਤੋਂ ਸਾਰੀ ਸ੍ਰਿਸ਼ਟੀ ਪੈਦਾ ਹੁੰਦੀ। ਕੁਝ ਜੀਵ ਅੰਡਿਆਂ ਤੋਂ ਪੈਦਾ ਹੁੰਦੇ, ਜਿਵੇਂ ਪੰਛੀ ਨੇ। ਕੁਝ ਜੇਰ ਤੋਂ ਪੈਦਾ ਹੁੰਦੇ, ਜਿਵੇਂ ਪਸ਼ੂ ਨੇ, ਮਨੁੱਖ ਹੈ। ਕੁਝ ਸੇਤਜ ਕਹਿੰਦੇ ਨੇ, ਮੈਲ ਤੋਂ ਪਸੀਨੇ ਤੋਂ ਪੈਦਾ ਹੁੰਦੇ, ਜਿਵੇਂ ਪਸ਼ੂਆਂ ਨੂੰ ਚਿੱਚੜ ਪੈਦਾ ਹੋ ਜਾਂਦੇ, ਜੂਆਂ ਲੀਖਾਂ ਆਦਿਕ, ਇਹ ਸਿਰਫ ਮੈਲ ਤੋਂ ਪੈਦਾ ਹੁੰਦੀਆਂ। ਇਹ ਸੇਤਜ ਖਾਣੀ ਹੈ। ਚੌਥੀ ਪ੍ਰਮਾਤਮਾ ਨੇ ਖਾਣੀ ਪੈਦਾ ਕੀਤੀ, ਓਤ ਭੁਜ, ਜ਼ਮੀਨ ਵਿੱਚੋਂ ਬਨਸਪਤੀ ਦੇ ਰੂਪ ਵਿੱਚ ਜਿਹੜੀ ਪੈਦਾ ਹੁੰਦੀ। ਇਹ ਚਾਰ ਖਾਣੀਆਂ ਅਕਾਲ ਪੁਰਖ ਵਾਹਿਗੁਰੂ ਨੇ ਸ੍ਰਿਸ਼ਟੀ ਦੇ ਜੀਵਾਂ ਦੇ ਪੈਦਾ ਹੋਣ ਵਾਸਤੇ ਬਣਾਈਆਂ ਨੇ। ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਕਿਰਪਾ ਕਰਦੇ ਪਏ ਗੁਰਮੁਖੋ। ਅੰਡਜ ਆਪੇ ਅੰਡਜ ਜੇਰਜ ਸੇਤ ਜੋਤ ਭੁਜ, ਉਹ ਆਪ ਹੀ ਅਕਾਲ ਪੁਰਖ ਵਾਹਿਗੁਰੂ ਹੈ, ਜਿਹਨੇ ਇਹ ਚਾਰ ਖਾਣੀਆਂ ਪੈਦਾ ਕੀਤੀਆਂ। ਔਰ ਇਹਨਾਂ ਚਾਰਾਂ ਖਾਣੀਆਂ ਤੋਂ ਪੈਦਾ ਹੋਣ ਵਾਲੇ ਜੀਵਾਂ ਵਿੱਚ ਉਹ ਅਕਾਲ ਪੁਰਖ ਵਾਹਿਗੁਰੂ ਆਪ ਹੀ ਵਸਦਾ ਪਿਆ ਹੈ। ਆਪੇ ਖੰਡ ਆਪੇ ਸਭ ਲੋਏ। ਖੰਡ 9 ਖੰਡ ਜਿਹੜੀ ਪ੍ਰਿਥਵੀ ਹੈ, ਧਰਤੀ, ਉਹ ਵੀ ਅਕਾਲ ਪੁਰਖ ਵਾਹਿਗੁਰੂ ਨੇ ਆਪ ਪੈਦਾ ਕੀਤੇ। ਤੇ 3 ਲੋਕ, ਪਤਾਲ ਲੋਕ, ਮਾਤ ਲੋਕ, ਆਕਾਸ਼ ਲੋਕ, ਇਹ ਤਿੰਨੇ ਲੋਕ ਵੀ ਅਕਾਲ ਪੁਰਖ ਵਾਹਿਗੁਰੂ ਦੇ ਆਪਣੇ ਹੀ ਪੈਦਾ ਕੀਤੇ ਹਨ। ਜਿਵੇਂ ਭਾਈ ਗੁਰਦਾਸ ਜੀ ਨੇ ਆਖਿਆ ਨਾ, ਪ੍ਰਥਮੇ ਸਾਸ ਨਾ ਮਾਸਾ, ਆਨੰਦ ਧੁੰਦ ਕਛ ਖਬਰ ਨਾ ਪਾਈ, ਰਕਤ ਬਿੰਦ ਕੀ ਦੇਹ ਜਾਗ। ਕਹਿੰਦੇ ਨੇ ਪਹਿਲਾਂ ਕੁਛ ਨਹੀਂ ਸੀ ਹੈਗਾ ਸੰਸਾਰ ਤੇ, ਬਿਲਕੁਲ ਅੰਧ ਧੁੰਦ ਸੀ, ਨਾ ਸੂਰਜ ਸੀ, ਨਾ ਚੰਦਰਮਾ, ਨਾ ਕੋਈ ਤੱਤ ਪੈਦਾ ਕੀਤਾ ਸੀ, ਨਾ ਧਰਤੀ, ਨਾ ਸਮੁੰਦਰ, ਕੁਝ ਵੀ ਨਹੀਂ ਸੀ। ਪ੍ਰਥਮੇ ਸਾਸ ਨਾ ਮਾਸ ਸਨ, ਅੰਧ ਧੁੰਦ ਕਛ ਖਬਰ ਨਾ ਪਾਈ, ਰਕਤ ਬਿੰਦ ਕੀ ਦੇਹ ਜੜ, 5 ਤੱਤ ਕੀ ਜੜਤ ਜੜਾਈ। ਭਾਈ ਗੁਰਦਾਸ ਜੀ ਕਹਿੰਦੇ ਨੇ, ਫਿਰ ਅਕਾਲ ਪੁਰਖ ਵਾਹਿਗੁਰੂ ਨੇ 5 ਤੱਤਾਂ ਤੋਂ, ਰਕਤ ਬਿੰਦ ਤੋਂ ਇਹ ਸਰੀਰ ਬਣਾਏ। ਪੌਣ ਪਾਣੀ ਬੈ ਸੰਤਰੋ, ਚੌਥੀ ਧਰਤੀ ਸੰਗ ਮਿਲਾਈ। ਕਿਹੜੇ ਤੱਤ ਪੈਦਾ ਕੀਤੇ? ਹਵਾ, ਪਾਣੀ, ਅੱਗ, ਧਰਤੀ। ਪੰਜਵਾਂ ਵਿੱਚ ਆਕਾਸ਼ ਕਰ। ਭਾਈ ਗੁਰਦਾਸ ਜੀ ਲਿਖਦੇ, ਕਹਿੰਦੇ ਫਿਰ 5ਵਾਂ ਤੱਤ ਵਿੱਚ ਆਕਾਸ਼ ਮਿਲਾਇਆ। 5ਵਾਂ ਵਿੱਚ ਆਕਾਸ਼ ਕਰ, 6ਠਮ ਅਦ੍ਰਿਸ਼ਟ। 6ਵਾਂ ਫਿਰ ਉਹ ਆਪ ਜਿਹੜਾ ਦਿਖਾਈ ਨਹੀਂ ਦਿੰਦਾ, ਉਹ ਆਪ ਵਿੱਚ ਜੋਤ ਦੇ, ਇਹ ਜੋਤ ਰੂਪ ਹੋ ਕੇ ਸਾਧ ਸੰਗਤ ਜੀ ਉਹ ਇਹਨਾਂ 5 ਤੱਤਾਂ 'ਚ ਪ੍ਰਵੇਸ਼ ਕੀਤਾ। ਤੇ ਫਿਰ 5 ਤੱਤ ਜਿਹੜੇ ਸੀ ਉਹਨੇ ਚੇਤਨ ਕੀਤੇ। 6ਠਮ ਅਦ੍ਰਿਸ਼ਟ ਆਪ ਸਮਾਈ। ਕਹਿੰਦੇ 6ਵਾਂ ਉਹ ਆਪ ਇਹਨਾਂ 5 ਤੱਤਾਂ 'ਚ ਸਮਾਇਆ ਤੇ 5 ਤੱਤਾਂ ਦੇ ਬਣੇ ਹੋਏ ਸਰੀਰ ਚੇਤਨ ਹੋਏ। ਨਹੀਂ ਤੇ ਨਹੀਂ ਸੀ ਹੋ ਸਕਦੇ, ਆਪਣੇ ਆਪ ਵਿੱਚ ਇਹ ਝਾੜੀ ਨੇ ਸਾਰਾ ਕੁਝ। ਪਰ ਉਹ ਜਿਹੜਾ 6ਵਾਂ ਉਹ ਗੁਪਤ ਰੂਪ 'ਚ ਹੈ। ਅਦ੍ਰਿਸ਼ਟ ਦਾ ਮਤਲਬ ਸੀ ਉਹ ਨਹੀਂ ਦਿਸਦਾ, 5 ਤੱਤ ਦਿਸਦੇ। ਆਪ ਉਹ ਗੁਪਤ ਹੈ, ਜਿਹਨੇ ਇਹਨਾਂ ਨੂੰ ਸਾਰਿਆਂ ਨੂੰ ਚਲਾਇਮਾਨ ਕੀਤਾ, ਸਾਰੀ ਸ੍ਰਿਸ਼ਟੀ ਨੂੰ। ਫਿਰ ਕਹਿੰਦੇ ਨੇ 5 ਤੱਤ 25 ਗੁਣ।
ਇਹ ਇੱਕ ਇੱਕ ਤੱਤ ਦੀਆਂ 5-5 ਪ੍ਰਕਿਰਤੀਆਂ ਬਣਾਈਆਂ ਅੱਗੇ ਅਕਾਲ ਪੁਰਖ ਵਾਹਿਗੁਰੂ ਨੇ। 25 ਪ੍ਰਕਿਰਤੀਆਂ, 5 ਤੱਤ, ਫਿਰ ਸਾਰਾ ਸੰਸਾਰ ਜਿਹੜਾ ਇਹ ਹੋਂਦ ਚ ਲਿਆਂਦਾ। ਪਰ ਇਹਨਾਂ ਦੇ ਪ੍ਰਗਟ ਹੋਣ ਲਈ, ਇਹਨਾਂ ਦੇ ਪੈਦਾ ਹੋਣ ਲਈ ਖਾਣੀਆਂ ਸਿਰਫ 4 ਹੀ ਨੇ, ਅੰਡਜ, ਜੇਰਜ, ਸੇਤਜ, ਉਤਪੁਜ। ਬਸ ਇਹਨਾਂ ਤੋਂ ਹੀ ਪੈਦਾ ਹੁੰਦੇ ਸਾਰੇ ਜੀਵ। ਇਹ ਕਹਿੰਦੇ ਸਭ ਕੁਝ ਅਕਾਲ ਪੁਰਖ ਵਾਹਿਗੁਰੂ ਨੇ ਆਪ ਕੀਤਾ ਗੁਰਮੁਖੋ। ਉਹ ਚਾਰੇ ਖਾਣੀਆਂ ਬਣਾਉਣ ਵਾਲਾ ਵੀ ਆਪ ਹੈ, ਫਿਰ ਇਹਨਾਂ ਚਾਰਾਂ ਖਾਣੀਆਂ ਚੋਂ 5 ਤੱਤਾਂ ਦੇ ਸਰੀਰ ਪੈਦਾ ਕਰਨ ਵਾਲਾ ਵੀ ਆਪ ਹੈ। ਇਹ 9 ਖੰਡ ਧਰਤੀ ਵੀ ਉਸੇ ਅਕਾਲ ਪੁਰਖ ਵਾਹਿਗੁਰੂ ਦੀ ਬਣਾਈ ਹੋਈ ਹੈ। ਇਹ 3 ਲੋਕ ਨੇ ਜਿਹੜੇ ਵੀ ਉਸੇ ਪਰਮੇਸ਼ਰ ਦੇ ਹੀ ਬਣਾਏ ਹੋਏ ਨੇ। ਸਾਰੇ ਪਾਸਿਓਂ ਅਕਾਲ ਪੁਰਖ ਵਾਹਿਗੁਰੂ ਆਪ ਹੀ ਹੈ। ਆਪੇ ਅੰਡਜ, ਜੇਰਜ, ਸੇਤਜ, ਉਤਪੁਜ, ਆਪੇ ਖੰਡ, ਆਪੇ ਸਭ ਲੋਏ, ਆਪੇ ਸੂਤ, ਆਪੇ ਬਹੁ ਮਣੀਆਂ। ਕਹਿੰਦੇ ਉਹ ਸੂਤਰ ਵੀ ਆਪ ਹੀ ਹੈ। ਤੇ ਜਿੰਨੇ ਸਰੀਰਾਂ ਰੂਪ ਮਣਕੇ ਨੇ ਇਹ ਇਸ ਆਪਣੀ ਤਾਕਤ ਦੇ, ਆਪਣੀ ਮਰਿਆਦਾ ਦੇ ਸੂਤਰ ਵਿੱਚ ਪਰੋਏ ਹੋਏ ਨੇ ਅਕਾਲ ਪੁਰਖ ਵਾਹਿਗੁਰੂ ਨੇ। ਉਹ ਵੀ ਉਹਨੇ ਆਪ ਹੀ ਕਿਰਪਾ ਕੀਤੀ, ਕਿਉਂਕਿ ਉਹਦੀ ਸੱਤਾ ਸਾਰੇ ਸਰੀਰਾਂ 'ਚ ਕੰਮ ਕਰਦੀ। ਇਹ ਜਿੰਨੇ ਸਰੀਰ ਨੇ ਤੁਸੀਂ ਸਮਝ ਲਓ ਇਹ ਮਣਕੇ ਆ। ਇਹਨਾਂ ਨੂੰ ਇੱਕ ਆਪਣੀ ਤਾਕਤ ਦੇ ਸੂਤਰ ਵਿੱਚ ਪਰੋਇਆ ਹੋਇਆ ਪ੍ਰਮਾਤਮਾ ਨੇ। ਜਦੋਂ ਆਪਣੀ ਤਾਕਤ ਪਰੇ ਕਰ ਲੈਂਦਾ, ਸਵਾਸਾਂ ਦੀ ਡੋਰੀ ਟੁੱਟ ਜਾਂਦੀ ਹੈ, ਇੱਕ ਮਣਕਾ ਕੱਢ ਜਾਂਦਾ। ਪਰ ਵੇਖੋ ਕਿੰਨੇ ਨੇ, ਇਹ ਸਾਰਿਆਂ ਨੂੰ ਇੱਕ ਧਾਗੇ ਵਿੱਚ ਜਿਹੜਾ ਪਰੋਇਆ ਹੋਇਆ ਅਕਾਲ ਪੁਰਖ ਵਾਹਿਗੁਰੂ ਨੇ ਕਿਰਪਾ ਕੀਤੀ। ਇਸ ਲਈ ਕਹਿੰਦੇ ਉਹ ਸੂਤਰ ਵੀ ਆਪ ਹੀ ਹੈ, ਉਹ ਮਣਕੇ ਰੂਪ ਵੀ ਆਪ ਹੀ ਹੈ। ਇਹਨਾਂ ਮਣਕਿਆਂ ਨੂੰ ਇੱਕ ਸੂਤਰ ਵਿੱਚ ਪਰੋਣ ਵਾਲਾ ਵੀ ਉਹ ਅਕਾਲ ਪੁਰਖ ਵਾਹਿਗੁਰੂ ਹੀ ਹੈ। ਸਵਾਸਾਂ ਦੇ ਸੂਤਰ 'ਚ ਆਪਣੀ ਤਾਕਤ ਦੇ, ਆਪਣੀ ਸੱਤਾ ਦੇ, ਆਪਣੀ ਕਲਾ ਦੇ, ਸਵਾਸਾਂ ਦੇ ਸੂਤਰ 'ਚ ਸਾਰੇ ਮਣਕੇ ਉਸ ਪਰਮਾਤਮਾ ਨੇ ਪਰੋਏ ਹੋਏ। ਆਪੇ ਸੂਤ, ਆਪੇ ਬਹੁ ਮਣੀਆਂ, ਕਰ ਸ਼ਕਤੀ ਜਗਤ ਪਰੋਏ। ਕਹਿੰਦੇ ਆਪਣੀ ਸ਼ਕਤੀ ਕਰਕੇ ਸਾਰਾ ਜਗਤ ਉਹਨੇ ਇਸ ਸ਼ਕਤੀ ਦੇ ਧਾਗੇ ਵਿੱਚ ਪਰੋਇਆ ਹੋਇਆ। ਬਸ ਉਸ ਸ਼ਕਤੀ ਕਰਕੇ ਸਾਰਾ ਸੰਸਾਰ ਚੱਲ ਰਿਹਾ। ਜੀਵ ਪੈਦਾ ਹੋ ਰਹੇ ਨੇ, 5 ਤੱਤ ਬਣ ਰਹੇ ਨੇ, 5 ਤੱਤਾਂ ਤੋਂ ਸਰੀਰ ਬਣਦੇ ਪਏ ਨੇ, ਸਰੀਰਾਂ 'ਚ ਸਵਾਸ ਚੱਲਦੇ ਪਏ ਨੇ। ਸਵਾਸਾਂ ਦੀ ਫਿਰ ਉਹ ਗਿਣਤੀ ਹੈ, ਉਹਨੂੰ ਇੱਕ ਮਰਿਆਦਾ ਵਿੱਚ ਰੱਖਿਆ ਹੋਇਆ। ਇਹ ਮਰਿਆਦਾ ਦਾ, ਇਹ ਸ਼ਕਤੀ ਦਾ, ਇਹ ਸਵਾਸਾਂ ਦਾ ਸੂਤਰ ਅਕਾਲ ਪੁਰਖ ਵਾਹਿਗੁਰੂ ਦਾ ਬਣਾਇਆ ਹੋਇਆ। ਸਾਰੇ ਜੀਵਾਂ ਰੂਪ ਮਣ ਕੇ ਉਸ ਪ੍ਰਮਾਤਮਾ ਦੀ ਸ਼ਕਤੀ ਕਰਕੇ ਪਰੋਏ ਹੋਏ ਨੇ। ਆਪੇ ਹੀ ਸੂਤ ਧਾਰ ਹੈ ਪਿਆਰਾ। ਕਹਿੰਦੇ ਆਪ ਹੀ ਹੈ ਉਹ ਇਸ ਸੂਤਰ ਨੂੰ ਬਣਾ ਕੇ ਰੱਖਣ ਵਾਲਾ। ਸੂਤ ਧਾਰ ਦਾ ਮਤਲਬ ਸੂਤ ਆਧਾਰ। ਇਸ ਸੂਤ ਦਾ, ਇਸ ਸੂਤਰ ਦਾ ਆਸਰਾ ਉਹ ਅਕਾਲ ਪੁਰਖ ਵਾਹਿਗੁਰੂ ਆਪ ਹੈ। ਸੂਤ ਖਿੰਚੇ ਢਹਿ ਢੇਰੀ ਹੋਏ। ਕਹਿੰਦੇ ਬਸ ਜਦੋਂ ਇਹਨੇ ਸੂਤਰ ਕਿਤੋਂ ਤਾਕਤ ਖਿੱਚ ਲਈ, ਉਸੇ ਵੇਲੇ ਸੰਸਾਰ ਢਹਿ ਢੇਰੀ ਹੋ ਜਾਂਦਾ। ਜਿਸ ਜੀਵ ਵਿੱਚੋਂ ਸਵਾਸਾਂ ਦਾ ਸੂਤਰ ਪਰੇ ਕਰ ਲੈਂਦਾ, ਉਹ ਜੀਵ ਢਹਿ ਢੇਰੀ। ਇਹ ਸਾਰੀ ਤਾਕਤ ਉਸ ਅਕਾਲ ਪੁਰਖ ਵਾਹਿਗੁਰੂ ਦੀ ਜਿਸ ਕਰਕੇ ਚੱਲ ਰਿਹਾ। ਮੇਰੇ ਮਨ ਮੈਂ ਹਰ ਬਿਨਿਆ ਵਰਨਾ ਕੋਈ। ਕਹਿੰਦੇ ਮੇਰਿਆ ਮਨਾ, ਮੈਨੂੰ ਤੇ ਹਰੀ ਅਕਾਲ ਪੁਰਖ ਵਾਹਿਗੁਰੂ ਤੋਂ ਬਿਨਾਂ ਹੋਰ ਕੋਈ ਦਿਖਾਈ ਨਹੀਂ ਦਿੰਦਾ। ਕੋਈ ਹੋਰ ਇਹਦੇ ਬਰਾਬਰ, ਇਹਦੇ ਵਰਗਾ ਆਸਰਾ ਹੈਗਾ ਨਹੀਂ। ਕੱਲ ਵੀ ਆਪਾਂ ਇਹ ਵਿਚਾਰ ਕੀਤੀ ਸੀ ਵੀ ਇਹ ਇੱਕ ਅਵਸਥਾ ਹੈ ਗੁਰਮੁਖਾਂ ਦੀ, ਜਿੱਥੇ ਉਹਨਾਂ ਨੂੰ ਸਾਰੇ ਪਾਸੇ ਪ੍ਰਮਾਤਮਾ ਵਰਤਦਾ ਦਿਖਾਈ ਦਿੰਦਾ। ਸਾਰਿਆਂ ਨੂੰ ਉਹ ਅਵਸਥਾ ਪ੍ਰਾਪਤ ਨਹੀਂ ਹੁੰਦੀ। ਸਾਰਿਆਂ ਦੀ ਸੋਚਣੀ, ਦੇਖਣੀ, ਸਾਰਿਆਂ ਦਾ ਅਨੁਭਵ ਕਰਨ ਦਾ ਤਰੀਕਾ ਇੱਕੋ ਜਿਹਾ ਨਹੀਂ ਹੁੰਦਾ। ਜੇ ਭਗਤ ਨਾਮਦੇਵ ਜੀ ਨੂੰ ਸਾਰੇ ਪਾਸੇ ਪ੍ਰਮਾਤਮਾ ਦਿਖਾਈ ਦੇ ਰਿਹਾ, ਗੁਰੂ ਰਾਮਦਾਸ ਮਹਾਰਾਜ ਜੀ ਕਹਿੰਦੇ ਸਾਰੇ ਪਾਸੇ ਅਕਾਲ ਪੁਰਖ ਵਾਹਿਗੁਰੂ ਹੀ ਹੈ, ਪਰ ਆਪਣੀ ਸਾਰਿਆਂ ਦੀ ਅਵਸਥਾ ਉਹੋ ਜਿਹੀ ਨਹੀਂ ਹੁੰਦੀ। ਹੈ ਸਾਰੇ ਪਾਸੇ ਉਹੀ, ਵਰਤ ਉਹੀ ਰਿਹਾ, ਪਰ ਸਾਰਿਆਂ ਦਾ ਅਨੁਭਵ ਇੱਕੋ ਜਿਹਾ ਨਹੀਂ ਹੁੰਦਾ। ਜਿਵੇਂ ਨਾਮ ਜਪਣ ਵਾਲਿਆਂ ਦਾ ਵੀ ਵੱਖਰਾ ਵੱਖਰਾ ਅਨੁਭਵ ਹੁੰਦਾ ਨਾ, ਜਿਵੇਂ ਆਪਾਂ ਉਵੇਂ ਵੀ ਆਪਾਂ ਦੇਖਦੇ ਹਾਂ ਜਦੋਂ ਕੁਝ ਮਹਾਂਪੁਰਸ਼ਾਂ ਕੋਲੇ ਜਾਈਏ ਤੇ ਆਪਾਂ ਹੁਣ ਉਹਨਾਂ ਦਾ ਜੀਵਨ ਪੜ੍ਹੀਏ ਤੇ ਉਹਨਾਂ ਦੇ ਆਪਣੇ ਆਪਣੇ ਅਨੁਭਵ ਅਨੁਸਾਰ ਉਹਨਾਂ ਨੇ ਉਪਦੇਸ਼ ਦਿੱਤਾ। ਜਦੋਂ ਆਪਾਂ ਬਾਬਾ ਆਨੰਦ ਸਿੰਘ ਜੀ ਦਾ ਜੀਵਨ ਪੜ੍ਹਦੇ ਹਾਂ ਤਾਂ ਉਹਦੇ 'ਚ ਵਾਰ-ਵਾਰ ਤੁਹਾਨੂੰ ਲਿਖਿਆ ਮਿਲੇਗਾ, ਗੁਰਮੁਖੋ ਸੁਖਣੀ ਸਾਹਿਬ ਦਾ ਪਾਠ ਕਰਿਆ ਕਰੋ। ਸੁਖਣੀ ਸਾਹਿਬ ਦਾ ਪਾਠ ਬਹੁਤ ਪ੍ਰਚਲਿਤ ਹੈ ਕਿਸੇ ਵੀ ਨਾਨਕਸਰ ਗੁਰੂ ਘਰ 'ਚ। ਕਿਉਂ? ਕਿਉਂਕਿ ਉਹ ਆਪ ਕਰਦੇ ਸੀ ਤੇ ਉਹਨਾਂ ਨੂੰ ਇੱਥੋਂ ਪ੍ਰਾਪਤੀ ਹੋਈ। ਉਹਨਾਂ ਦਾ ਆਪਣਾ ਅਨੁਭਵ ਸੁਖਣੀ ਸਾਹਿਬ ਦਾ ਸੀ। ਉਹਨਾਂ ਨੇ ਅੱਗੇ ਇਹੀ ਆਖਿਆ ਬਈ ਤੁਸੀਂ ਇਹ ਜ਼ਰੂਰ ਕਰਿਆ ਕਰੋ, ਕਿਉਂਕਿ ਇੱਥੋਂ ਪ੍ਰਾਪਤੀ ਹੋਈ ਸੀ। ਉਹਨਾਂ ਦਾ ਆਪਣਾ ਇਹ ਤਜਰਬਾ ਸੀ। ਜਿਹੜੀਆਂ ਸੰਗਤਾਂ ਬਾਬਾ ਹਰਨਾਮ ਸਿੰਘ ਜੀ ਰਾਮਪੁਰ ਖੇੜੇ ਵਾਲਿਆਂ ਕੋਲ ਜਾਂਦੀਆਂ ਸਨ, ਉਹਨਾਂ ਨੂੰ ਉਹ ਕਹਿੰਦੇ ਸੀ, ਗੁਰਮੁਖੋ ਜਾਪ ਸਾਹਿਬ ਜ਼ਰੂਰ ਪੜ੍ਹਨਾ। ਤੇ ਜਿਹੜਾ ਜਾਪ ਸਾਹਿਬ ਦਾ ਇਹ ਸੰਦ ਹੈ ਨਾ, ਗੋਬਿੰਦੇ ਮੁਕੰਦੇ ਉਦਾਰੇ ਅਪਾਰੇ ਹਰੀਆਂ ਕਰੀਆਂ ਨਰਨਾਮੇ ਅਕਾਮੇ। ਕਹਿੰਦੇ ਤੁਰੇ ਜਾਂਦਿਆਂ, ਤੁਰੇ ਆਉਂਦਿਆਂ, ਘਰੋਂ ਜਦੋਂ ਚੱਲਦੇ ਉਦੋਂ, ਤੇ ਇੱਥੋਂ ਜਦੋਂ ਘਰ ਨੂੰ ਜਾਂਦੇ ਰਸਤੇ 'ਚ ਇਹ ਪੜ੍ਹਨਾ।
ਇਹ ਤੁਸੀਂ ਪੜ੍ਹਦੇ ਜਾਇਆ ਕਰੋ। ਹੁਣ ਉਹਨਾਂ ਦਾ ਇਹੀ ਉਪਦੇਸ਼ ਸੀ, ਹੈ ਤਾਂ ਉਹ ਵੀ ਬਾਣੀ ਹੈ, ਪਰ ਉਹਨਾਂ ਦਾ ਆਪਣਾ ਤਜਰਬਾ ਸੀ, ਆਪਣਾ ਅਨੁਭਵ ਸੀ। ਉਹ ਕਹਿੰਦੇ ਇੱਦਾਂ ਕਿਰਪਾ ਹੁੰਦੀ, ਕਿਉਂਕਿ ਉਹਨਾਂ ਨੂੰ ਇੱਦਾਂ ਲੱਗਿਆ, ਇੱਦਾਂ ਹੋਈ। ਇਉਂ ਜਿਸ ਕਿਸੇ ਵੀ ਆਪਾਂ ਸਤਿਕਾਰਯੋਗ ਹਸਤੀ ਕੋਲ ਜਾਂਦੇ ਹਾਂ, ਉਹ ਕੋਈ ਨਾ ਕੋਈ ਤਰੀਕਾ ਢੰਗ ਜਿਹੜਾ ਦੱਸਦਾ, ਉਹਦਾ ਆਪਣਾ ਅਨੁਭਵ ਹੁੰਦਾ, ਆਪਣਾ ਤਜਰਬਾ ਉਹਦਾ। ਸਾਰਿਆਂ ਦਾ ਇੱਕੋ ਜਿਹਾ ਨਹੀਂ ਹੁੰਦਾ। ਜਿੱਥੋਂ ਕਿਸੇ ਨੂੰ ਪ੍ਰਾਪਤੀ ਹੋਈ, ਉਹ ਕਹਿੰਦੇ ਤੁਸੀਂ ਇੱਦਾਂ ਕਰਕੇ ਦੇਖੋ ਭਾਈ, ਇੱਦਾਂ ਹੁੰਦੀ ਹੈ, ਕਿਉਂਕਿ ਉਹਨਾਂ ਨੂੰ ਹੋਈ। ਇਵੇਂ ਹੀ ਅੰਤਰੀਵ ਅਵਸਥਾ ਸਾਰਿਆਂ ਦੀ ਇੱਕੋ ਜਿਹੀ ਨਹੀਂ ਹੁੰਦੀ। ਭਗਤ ਨਾਮਦੇਵ ਜੀ ਨੂੰ ਸਾਰੇ ਪਾਸੇ ਪ੍ਰਮਾਤਮਾ ਦਿਖਾਈ ਦੇ ਰਿਹਾ। ਹਾਂ, ਬ੍ਰਹਮ ਗਿਆਨ ਆਉਣ ਤੋਂ ਬਾਅਦ ਹਰੇਕ ਨੂੰ ਫਿਰ ਦਿਸੇਗਾ, ਲੇਕਿਨ ਉਹ ਤੋਂ ਪਹਿਲਾਂ ਸਾਰਿਆਂ ਦੀ ਇੱਕੋ ਜਿਹੀ ਸੋਚਣੀ ਨਹੀਂ ਹੁੰਦੀ, ਸਾਰਿਆਂ ਦੀ ਇੱਕੋ ਜਿਹੀ ਅਵਸਥਾ ਨਹੀਂ। ਪਰ ਗੁਰੂ ਰਾਮਦਾਸ ਮਹਾਰਾਜ ਜੀ ਨੇ ਕਿਰਪਾ ਕੀਤੀ, ਕਹਿੰਦੇ ਗੁਰਮੁਖੋ ਹੈ ਉਹੀ ਅਕਾਲ ਪੁਰਖ ਸਾਰੇ ਪਾਸੇ ਵਰਤ ਰਿਹਾ, ਜਿਹੜਾ ਮੇਰੇ ਮਨ ਮੈਂ ਹਰ ਬਿਨੇ ਅਵਰ ਨਾ ਕੋਈ। ਕਹਿੰਦੇ ਮੇਰੇ ਮਨ, ਮੈਨੂੰ ਤੇ ਪ੍ਰਮਾਤਮਾ ਤੋਂ ਬਿਨਾਂ ਹੋਰ ਕੋਈ ਦਿਖਾਈ ਨਹੀਂ ਦੇ ਰਿਹਾ। ਸਾਰੇ ਪਾਸੇ ਉਹ ਅਕਾਲ ਪੁਰਖ ਵਾਹਿਗੁਰੂ ਹੀ ਹੈ। ਇਹ ਗੱਲ ਭਾਈ ਵੀਰ ਸਿੰਘ ਜੀ ਨੂੰ ਇੱਕ ਵਾਰੀ ਇੱਕ ਸੁਆਮੀ ਨੇ ਆਖੀ ਸੀ, ਕਿਉਂਕਿ ਉਹ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਅਵਤਾਰ ਆਪਣੇ ਘਰੇ ਮਨਾਉਂਦੇ ਰਹੇ ਸਾਰੀ ਉਮਰ। ਜਦੋਂ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਅਵਤਾਰ ਪੁਰਬ ਆਉਣਾ ਤਾਂ ਉਹਨਾਂ ਨੇ ਆਪਣੇ ਘਰੇ ਅਖੰਡ ਪਾਠ ਸਾਹਿਬ ਜੀ ਦੇ ਜਾਂ ਸਹਿਜ ਪਾਠ ਦੇ ਭੋਗ ਪਾਉਣੇ, ਸੰਗਤ ਸੱਦਣੀ, ਕੀਰਤਨ ਹੋਣਾ, ਕਥਾ ਹੋਣੀ, ਉਹਨਾਂ ਪੂਰਾ ਉਹਨੂੰ ਮਨਾਉਂਦੇ ਸੀ ਵੱਡੇ ਪੱਧਰ ਤੇ। ਤਾਂ ਕੋਈ ਨਾ ਕੋਈ ਉਂਝ ਵੀ ਗੁਰਮੁਖ ਪਿਆਰਾ ਉਹਨਾਂ ਕੋਲ ਆਇਆ ਗਿਆ ਹੀ ਰਹਿੰਦਾ ਸੀ। ਉਹ ਗੁਰਪੁਰਬ ਤੇ ਇੱਕ ਵਾਰੀ ਸੁਆਮੀ ਜੀ ਆਏ ਸੀ, ਉੱਥੇ ਕਥਾ ਕੀਰਤਨ ਹੋਇਆ, ਬੜਾ ਦੀਵਾਨ ਵਧੀਆ ਲੱਗਾ। ਤੇ ਉਹਨਾਂ ਨੇ ਮੁੜ ਕੇ ਜਦੋਂ ਬਾਅਦ ਚ ਵਿਚਾਰ ਹੋਈ ਸਮਾਪਤੀ ਦੇ, ਤਾਂ ਉਹ ਕਹਿੰਦੇ ਭਾਈ ਵੀਰ ਸਿੰਘ ਜੀ ਨੂੰ ਵੀ ਦੇਖੋ ਕਿੰਨਾ ਆਨੰਦ ਬਣਿਆ ਸੀ, ਵੀ ਐਂ ਲੱਗਦਾ ਵੀ ਸਾਰੇ ਪਾਸੇ ਪ੍ਰਮਾਤਮਾ ਹੀ ਸੀ। ਅੱਜ ਉਹਦੇ ਤੋਂ ਬਿਨਾਂ ਕੁਝ ਹੋਰ ਦੇਸ ਹੀ ਨਹੀਂ ਸੀ ਰਿਹਾ। ਤੇ ਡਾਕਟਰ ਸਾਹਿਬ ਕਹਿੰਦੇ ਹਾਂ ਠੀਕ ਹੈ ਜੀ, ਇੱਦਾਂ ਹੋ ਜਾਂਦਾ ਕਈ ਵਾਰੀ, ਬੜਾ ਆਨੰਦ ਬਣਦਾ। ਉਹ ਕਹਿੰਦੇ ਤੁਹਾਨੂੰ ਨਹੀਂ ਇਉਂ ਲੱਗਾ ਵੀ ਸਾਰੇ ਪਾਸੇ ਪ੍ਰਮਾਤਮਾ ਹੀ ਹੈ? ਭਾਈ ਵੀਰ ਸਿੰਘ ਜੀ ਕਹਿੰਦੇ ਹੈਗਾ ਤਾਂ ਸਾਰੇ ਪਾਸੇ ਪ੍ਰਮਾਤਮਾ, ਪਰ ਮੈਂ ਇੱਦਾਂ ਦੇਖਣਾ ਨਹੀਂ ਚਾਹੁੰਦਾ। ਮੇਰਾ ਮਨ ਨਹੀਂ ਮੰਨਦਾ ਵੀ ਮੈਂ ਸਾਰੇ ਪਾਸੇ ਪ੍ਰਮਾਤਮਾ ਦੇਖਾਂ। ਉਹ ਕਹਿੰਦੇ ਇਹ ਕੀ ਗੱਲ, ਤੁਸੀਂ ਤਾਂ ਇੰਨੇ ਗੁਰਮੁਖ ਜੇ, ਜੋ ਤੁਹਾਨੂੰ ਪਤਾ ਵੀ ਹੈ ਵੀ ਅਸਲੀਅਤ ਵਿੱਚ ਸਾਰੇ ਪ੍ਰਮਾਤਮਾ ਹੀ ਵਰਤ ਰਿਹਾ, ਫਿਰ ਦੇਖਣਾ ਕਿਉਂ ਨਹੀਂ ਚਾਹੁੰਦੇ? ਉਹ ਕਹਿੰਦੇ ਨਹੀਂ, ਬਸ ਮੇਰੀ ਆਪ ਦੀ ਫੀਲਿੰਗ ਹੈ, ਮੇਰੀ ਸੋਚਣੀ, ਮੈਨੂੰ ਪ੍ਰਮਾਤਮਾ ਮੇਰੇ ਗੁਰੂ ਸਾਹਿਬ 'ਚ ਦਿਖਾਈ ਦਿੰਦਾ। ਕੋਈ ਗੁਰਮੁਖ ਪਿਆਰਾ ਵਾਲਾ ਨਾਮ ਰਸ ਗਿਆ, ਉਹਨਾਂ ਦਾ ਮੈਂ ਅਦਬ ਸਤਿਕਾਰ ਕਰਦਾ, ਮੈਂ ਸਾਰੇ ਪਾਸੇ ਪ੍ਰਮਾਤਮਾ ਦੇਖਣਾ ਹੀ ਨਹੀਂ ਚਾਹੁੰਦਾ। ਕਹਿੰਦੇ ਕਿਉਂ? ਕਹਿੰਦੇ ਪਤਾ ਨਹੀਂ ਕਿਉਂ, ਮੇਰਾ ਮਨ ਹੈ ਵੀ ਆਹ ਕੁੱਤਿਆਂ, ਬਿੱਲਿਆਂ, ਖੋਤਿਆਂ, ਘੋੜਿਆਂ 'ਚ ਮੇਰਾ ਨਹੀਂ ਜੀ ਕਰਦਾ ਮੈਂ ਰੱਬ ਵੇਖਾਂ। ਹੈਗਾ ਸਾਰਿਆਂ 'ਚ, ਪਰ ਕਹਿੰਦੇ ਮੇਰਾ ਮਨ ਨਹੀਂ ਮੰਨਦਾ ਇਹ ਗੱਲ, ਮੇਰਾ ਮਨ ਕਬੂਲ ਹੀ ਨਹੀਂ ਕਰਦਾ ਆਹ ਜਿਹੜੇ ਨਖਿੱਧ ਜੂਨੀ ਦੇ ਪਸ਼ੂ ਆ, ਇਹ ਵੀ ਵੀ ਰੱਬ ਰੂਪ ਹੀ। ਕਹਿੰਦੇ ਮੇਰਾ ਨਹੀਂ ਮਨ ਮੰਨਦਾ। ਹਾਲਾਂਕਿ ਹੈ ਤਾਂ ਇਹਨਾਂ 'ਚ ਵੀ ਸਾਰੀ ਚੀਟੀ ਤੇ ਕੁੰਚ ਰਸੂਲਾ ਸਾਹਿਬ ਪਰ ਰਿਸ਼ਤਕਾਰ ਫੂਲਾ ਮਰ, ਕਹਿੰਦੇ ਜੋਤ ਤਾਂ ਸਾਰਿਆਂ 'ਚ ਇੱਕ ਹੀ ਹੈ ਨਾ, ਹੈ ਸਾਰਿਆਂ 'ਚ ਇੱਕ, ਪਰ ਕਹਿੰਦੇ ਮੈਂ ਦੇਖਣੀ ਨਹੀਂ ਚਾਹੁੰਦਾ, ਕਿਉਂਕਿ ਸਾਰਿਆਂ ਦੀ ਮਾਨਸਿਕ ਅਵਸਥਾ ਵੱਖਰੀ ਵੱਖਰੀ ਹੁੰਦੀ, ਸਾਰਿਆਂ ਦਾ ਤਜਰਬਾ ਵੱਖਰਾ ਵੱਖਰਾ ਹੁੰਦਾ। ਪਰ ਅਸਲ ਵਿੱਚ ਗੁਰੂ ਰਾਮਦਾਸ ਮਹਾਰਾਜ ਕਹਿੰਦੇ ਗੁਰਮੁਖੋ ਹੈ ਉਸ ਅਕਾਲ ਪੁਰਖ ਵਾਹਿਗੁਰੂ ਤੋਂ ਬਿਨਾਂ ਕੋਈ ਨਹੀਂ। ਮੇਰੇ ਮਨ ਮੈਂ ਹਰ ਬਿਨੇ ਅਵਰ ਨਾ ਕੋਇ, ਸਤਿਗੁਰ ਵਿੱਚ ਨਾਮ ਨਿਧਾਨ ਹੈ ਪਿਆਰਾ, ਕਰ ਦਇਆ ਅੰਮ੍ਰਿਤ ਮੁਖ ਚੋਏ। ਕਹਿੰਦੇ ਉਹ ਅਕਾਲ ਪੁਰਖ ਵਾਹਿਗੁਰੂ ਜਿਹੜਾ ਸਾਰੇ ਪਾਸੇ ਅਸੀਂ ਦੱਸ ਰਹੇ ਹਾਂ, ਡਿਜ ਜੇਰਜ ਸੇਤ ਜੋਤ ਭੁਜ, ਸਾਰੇ ਪਾਸੇ, ਕਹਿੰਦੇ ਗੁਰੂ ਵਿੱਚ ਉਹ ਪ੍ਰਗਟ ਰੂਪ 'ਚ, ਪ੍ਰਤੱਖ ਰੂਪ 'ਚ। ਸਤਿਗੁਰ ਵਿੱਚ ਨਾਮ ਨਿਧਾਨ ਹੈ ਪਿਆਰਾ, ਕਹਿੰਦੇ ਉਹ ਨਾਮ ਦਾ ਖਜ਼ਾਨਾ ਉਹ ਸਤਿਗੁਰੂ ਨੂੰ ਪ੍ਰਤੱਖ ਦੇ ਦਿੱਤਾ ਅਕਾਲ ਪੁਰਖ ਵਾਹਿਗੁਰੂ ਨੇ। ਕਰ ਦਇਆ ਅੰਮ੍ਰਿਤ ਮੁਖ ਚੋਏ, ਕਹਿੰਦੇ ਫਿਰ ਸਤਿਗੁਰੂ ਦਇਆ ਕਰਕੇ ਉਹ ਨਾਮ ਦਾ ਅੰਮ੍ਰਿਤ ਜਿਨ੍ਹਾਂ ਗੁਰਮੁਖਾਂ ਦੇ ਮੁਖ ਵਿੱਚ ਪਾ ਦਿੰਦਾ, ਚੋ ਦਿੰਦਾ, ਉਹੀ ਦੱਸ ਸਕਦੇ ਇਸ ਦਾ ਰਸ। ਪਰ ਇਹ ਕਿਰਪਾ ਸਿਰਫ ਗੁਰੂ ਸਾਹਿਬ ਕਰ ਸਕਦੇ। ਇਹ ਨਾਮ ਰਸ ਕਿਤੋਂ ਨਹੀਂ ਹੋਰ ਮਿਲ ਸਕਦਾ ਮਹਾਰਾਜ ਤੋਂ ਬਿਨਾਂ। ਇਹ ਕਹਿੰਦੇ ਪ੍ਰਤੱਖ ਖਜ਼ਾਨਾ ਅਕਾਲ ਪੁਰਖ ਵਾਹਿਗੁਰੂ ਨੇ ਸਤਿਗੁਰੂ ਨੂੰ ਦਿੱਤਾ, ਅੱਗਿਓਂ ਗੁਰੂ ਸਾਹਿਬ ਨੇ ਵੰਡਿਆ, ਫਿਰ ਜਿੱਥੇ ਵੀ ਵੰਡਿਆ। ਰਹਾਉ ਵਿਸਰਾਮ ਦੇ ਕੇ ਕਿਰਪਾ ਕਰਦੇ, ਆਪੇ ਜਲ ਥਲ ਸਬਦ ਹੈ ਪਿਆਰਾ। ਕਹਿੰਦੇ ਜਲਾਂ ਵਿੱਚ, ਥਲਾਂ ਵਿੱਚ, ਸਭ ਥਾਵਾਂ ਤੇ ਆਪ ਹੀ ਵਰਤ ਰਿਹਾ ਉਹ ਅਕਾਲ ਪੁਰਖ ਵਾਹਿਗੁਰੂ। ਪ੍ਰਭ ਆਪੇ ਕਰੇ ਸੋ ਹੋਏ, ਆਪ ਹੀ ਜੋ ਅਕਾਲ ਪੁਰਖ ਵਾਹਿਗੁਰੂ ਕਰਦਾ ਉਹੀ ਹੁੰਦਾ ਜੀ। ਪਰਮਾਤਮਾ ਦੀ ਮਰਜ਼ੀ ਤੋਂ ਬਿਨਾਂ ਕੁਝ ਨਹੀਂ ਹੁੰਦਾ। ਪਰੰਤੂ
ਆਪਣੇ ਆਪਣੇ ਕਰਮਾਂ ਦੇ ਪ੍ਰਪੱਕ ਹੋਏ ਸੁਭਾਅ ਅਨੁਸਾਰ ਬੰਦਾ ਸੋਚਦਾ ਵੀ ਜੇ ਐ ਨਾ ਕਰਦੇ ਸ਼ਾਇਦ ਇੱਦਾਂ ਹੋ ਜਾਂਦਾ, ਇੰਝ ਨਾ ਕਰਦੇ ਸ਼ਾਇਦ ਇੰਝ ਹੋ ਜਾਂਦਾ। ਪਰ ਕਹਿੰਦੇ ਨਹੀਂ ਗੁਰਮੁਖੋ, ਜੋ ਪ੍ਰਮਾਤਮਾ ਕਰਦਾ ਉਹੀ ਹੋਣਾ ਹੁੰਦਾ। ਪ੍ਰਮਾਤਮਾ ਨੇ ਸਾਰਾ ਕੁਝ ਇੱਕ ਵਿਧਾਨ ਬਣਾਇਆ ਹੁੰਦਾ, ਉਹਦੇ ਅਨੁਸਾਰ ਹੀ ਗੁਰਮੁਖ ਜਿਹੜੇ ਕੁਝ ਥੋੜ੍ਹੀ ਬਹੁਤੀ ਤਾਕਤ ਰੱਖਦੇ ਉਹ ਵੀ ਫਿਰ ਉਹਦੀ ਆਗਿਆ 'ਚ ਚੱਲਦੇ, ਕਿਉਂਕਿ ਉਹਨਾਂ ਨੂੰ ਪਤਾ ਹੁੰਦਾ ਵੀ ਜੋ ਪ੍ਰਮਾਤਮਾ ਕਰਦਾ ਉਹਦੇ 'ਚ ਪ੍ਰਸੰਨ ਰਹਿਣ 'ਚ ਭਾਈ ਖੁਸ਼ੀ ਪ੍ਰਸੰਨਤਾ। ਗੁਰਮੁਖ ਵਿਦਵਾਨ ਲਿਖ ਦਿੰਦੇ, ਸ਼ੁਕਰ ਹੂੰ ਨਾ ਜਾਨੀ ਰਿਖੀ ਗੌਤਮ ਕੇ ਦਵਾਰ ਗਇਓ, ਗੌਤਮ ਹੂੰ ਨਾ ਜਾਨੀ ਕਿ ਕੁੱਕੜ ਮੇ ਥੋਪ ਹੈ। ਰਾਮ ਹੂੰ ਨਾ ਜਾਨੀ ਮੇਰੀ ਸੀਆ ਹਰੀ ਰਾਵਣ ਨੇ, ਰਾਵਣ ਹੂੰ ਨਾ ਜਾਨੀ ਕਿ ਸੀਆ ਪਰਮ ਜੋਤ ਹੈ। ਕਹਿੰਦੇ ਦੇਖੋ ਏਡੇ ਏਡੇ ਵੱਡੇ ਇਹਨਾਂ ਨੂੰ ਪਤਾ ਨਹੀਂ ਸੀ। ਇੰਦਰ ਕਹਿੰਦੇ ਸਵਰਗ ਦਾ ਰਾਜਾ ਉਹ ਗੌਤਮ ਰਿਖੀ ਦੇ ਘਰੇ ਚਲੇ ਗਿਆ ਸੀ। ਗੌਤਮ ਨੂੰ ਕਹਿੰਦੇ ਨਦੀ ਨੇ ਦੱਸ ਦਿੱਤਾ ਸੀ ਤੂੰ ਆਪਣੇ ਘਰ ਜਾ, ਏਡਾ ਵੱਡਾ ਰਿਖੀ ਸੀ। ਗੌਤਮ ਨਾਰ ਹਾਲਿਆ ਇਸਤਰੀ ਤਿਸ ਦੇਖ ਇੰਦਰ ਲੁਭਾਇਆ, ਮਹਾਰਾਜ ਜੀ ਨੇ ਲਿਖਿਆ ਪ੍ਰਭਾਤੀ ਰਾਗ 'ਚ। ਐਡਾ ਵੱਡਾ ਸੀ ਉਹ ਤਪਸਵੀ, ਕਹਿੰਦੇ ਉਹਨੂੰ ਨਹੀਂ ਸੀ ਪਤਾ, ਉਹਨੇ ਸਾਰਾ ਕਸੂਰ ਕੁੱਕੜ 'ਚ ਕੱਢ ਮਾਰਿਆ। ਰਾਮਚੰਦਰ ਅਵਤਾਰ ਸੀ ਤ੍ਰੇਤੇ ਦੇ, ਉਹਨਾਂ ਨੂੰ ਨਹੀਂ ਸੀ ਪਤਾ ਵੀ ਸੀਤਾ ਨੂੰ ਕੌਣ ਲੈ ਗਿਆ, ਵੀ ਰਾਵਣ ਲੈ ਕੇ ਗਿਆ ਤਾਂ ਉਹ ਤਾਂ ਲੱਭਦੇ ਫਿਰਦੇ ਸੀ। ਸੀਤਾ ਲక్ష్మణ ਵਿੱਚ ਰੋਵੈ ਰਾਮ ਨੇ ਕਾਲਾ ਪਾਇਆ, ਸੀਤਾ ਲక్ష్మణ ਵਿਖੜ ਗਿਆ, ਮਹਾਰਾਜ ਜੀ ਨੇ ਲਿਖਿਆ। ਕਹਿੰਦੇ ਉਹਨੂੰ ਉਹ ਜੇ ਅਵਤਾਰ ਸੀ ਤੇ ਉਹਨੂੰ ਫਿਰ ਪਤਾ ਕਿਉਂ ਨਹੀਂ ਸੀ ਕਿ ਕੌਣ ਲੈ ਗਿਆ। ਰਾਮ ਹੋ ਨਾ ਜਾਣੀ ਮੇਰੀ ਸੀਆ ਹਰੀ ਰਾਵਣ ਨੇ, ਰਾਵਣ ਹੋ ਨਾ ਜਾਣੀ ਕਿ ਸੀਆ ਪਰਮ ਜੋਤ। ਕਹਿੰਦੇ ਰਾਵਣ ਐਡਾ ਵੱਡਾ ਤੇ 4 ਵੇਦਾਂ ਦਾ ਗਿਆਤਾ ਸੀ, ਐਡਾ ਵੱਡਾ ਵਿਦਵਾਨ ਸੀ, ਉਹਦੀ ਅਕਲ ਨੇ ਕੰਮ ਨਾ ਕੀਤਾ ਵੀ ਇਹ ਅਸਲ 'ਚ ਮੈਂ ਸੀਤਾ ਨਹੀਂ ਲੈ ਕੇ ਚੱਲਿਆ, ਮੌਤ ਹੀ ਲੈ ਚੱਲਿਆ ਆਪਣੀ, ਇਹ ਤੋਂ ਬਾਅਦ ਹੀ ਮਰਨਾ ਪੈਣਾ। ਅਸਲ ਵਿੱਚ ਕਹਿੰਦੇ ਅਵਤਾਰੋਂ ਮੈਂ ਭੂਲ ਪਰੀ, ਰਿਸ਼ੀਆਂ ਨੇ ਮੈਂ ਚੂਕ ਪਰੀ, ਜਹਾਂ ਜਹਾਂ ਜੋ ਜੋ ਹੋਣਾ ਸੋਈ ਸੋਈ ਹੋ। ਜਿੱਥੇ ਜੋ ਹੋਣਾ ਗੁਰਮੁਖੋ ਉਹੀ ਹੋਣਾ, ਕਿਉਂਕਿ ਕਰਤਾ ਪਰਮੇਸ਼ਵਰ, ਜੋ ਉਹਨੇ ਕਰਨਾ। ਆਪੇ ਜਲ ਥਲ ਸਬਦ ਹੈ ਪਿਆਰਾ, ਪ੍ਰਭ ਆਪੇ ਕਰੇ ਸੋ ਹੋਏ। ਕਹਿੰਦੇ ਉਹ ਸਾਰੇ ਜਲਾਂ 'ਚ ਥਲਾਂ 'ਚ ਜੋ ਜਿੰਨੇ ਜੀਵ ਪੈਦਾ ਕੀਤੇ, ਜਲ 'ਚ 42 ਲੱਖ ਜੀ ਜਲ ਮੈਂ ਉੱਤੇ, ਕਹਿੰਦੇ 42 ਲੱਖ ਜੀਵਨ ਪਾਣੀ ਵਿੱਚ ਹੀ ਹੈ, 42 ਬਾਕੀ ਖੁਸ਼ਕੀ ਤੇ ਸਾਰਿਆਂ ਵਿੱਚ। ਕਹਿੰਦੇ ਉਹ ਆਪ ਹੀ, ਉਹ ਜੋ ਆਪ ਕਰਦਾ ਉਹੀ ਹੁੰਦਾ। ਸਭਨਾ ਰਿਜ਼ਕ ਸਮਾਹਾਂ ਦਾ ਪਿਆਰਾ। ਕਹਿੰਦੇ ਫਿਰ ਵੇਖੋ ਸਾਰਿਆਂ ਦਾ ਰਿਜ਼ਕ ਉਹਨੇ ਬਣਾਇਆ, ਅਕਾਲ ਪੁਰਖ ਵਾਹਿਗੁਰੂ। 4 ਖਾਣੀਆਂ ਦੇ ਜੀਵ ਨੇ, 6 ਪ੍ਰਕਾਰ ਦੇ ਤਰੀਕਿਆਂ ਨਾਲ ਉਹ ਇਹਨਾਂ ਨੂੰ ਰਿਜ਼ਕ ਪਹੁੰਚਾਉਂਦਾ ਪਿਆ। ਫਿਰ ਜਿਹੜੀਆਂ ਪਾਣੀ ਦੀਆਂ ਜੋਨੀਆਂ ਉਹਨਾਂ ਦਾ ਉੱਥੇ ਪ੍ਰਬੰਧ ਕੀਤਾ ਹੋਇਆ, ਜਿਹੜੀਆਂ ਥਲ ਦੀਆਂ ਖੁਸ਼ਕੀ ਦੀਆਂ ਉਹਨਾਂ ਦਾ ਉੱਥੇ ਪ੍ਰਬੰਧ ਕੀਤਾ। ਰਿਜ਼ਕ ਸਾਰਿਆਂ ਦਾ ਅਕਾਲ ਪੁਰਖ ਵਾਹਿਗੁਰੂ ਨੇ ਬਣਾਇਆ, ਰਿਜ਼ਕ ਦਾਤਾ ਪਰਮੇਸ਼ਰ ਹੀ। ਸਭਨਾ ਰਿਜ਼ਕ ਸਮਾਹ ਦਾ ਪਿਆਰਾ, ਦੂਜਾ ਅਵਰ ਨਾ ਕੋਈ। ਕਹਿੰਦੇ ਕੋਈ ਦੂਜਾ ਨਹੀਂ ਹੈ ਉਹਦੇ ਤੋਂ ਬਿਨਾਂ ਜਿਹੜਾ ਸਾਰੀ ਸ੍ਰਿਸ਼ਟੀ ਨੂੰ ਰਿਜ਼ਕ ਦੇ ਸਕਦਾ ਹੋਵੇ। ਕੋਈ ਉਸ ਅਕਾਲ ਪੁਰਖ ਵਾਹਿਗੁਰੂ ਤੋਂ ਬਿਨਾਂ ਇੰਨਾ ਸਮਰੱਥ ਨਹੀਂ ਜਿਹੜਾ ਸਾਰੇ ਜੀਵਾਂ ਨੂੰ ਰਿਜ਼ਕ ਦੇਵੇ। ਇਸ ਗੱਲ ਦਾ ਭਰੋਸਾ ਆਪਾਂ ਨੂੰ ਆਵੇ, ਕਿਉਂਕਿ ਇਹ 'ਤੇ ਯਕੀਨ ਕਰਨਾ ਥੋੜ੍ਹਾ ਜਿਹਾ ਕਠਿਨ ਹੈ। ਤਾਂ ਬਹੁਤ ਸਾਰੇ ਸ਼ਬਦ ਬਾਣੀ 'ਚ ਮਹਾਰਾਜ ਜੀ ਦੇ ਪ੍ਰਥਾਏ ਮਿਲਣ। ਭਗਤ ਧੰਨਾ ਜੀ ਨੇ ਆਖਿਆ, ਉਹ ਕਹਿੰਦੇ ਪਾਖਣ ਕੀਟ ਗੁਪਤ ਹੋਏ ਰਹਿਤਾ, ਤਾਚੋ ਮਾਰਗ ਨਾਹੀ, ਕਹੇ ਧੰਨਾ ਪੂਰਨ ਤਾਹੂ ਕੋ ਮਾਤਰੇ ਜੀ ਡਰਾਹੀ। ਕਹਿੰਦੇ ਦੇਖੋ ਜਿਹੜਾ ਪੱਥਰ ਵਿੱਚ ਕੀੜਾ ਪੈਦਾ ਕੀਤਾ ਪ੍ਰਮਾਤਮਾ ਨੇ, ਨਾ ਉਹ ਬਾਹਰ ਆ ਸਕਦਾ, ਨਾ ਬਾਹਰੋਂ ਉਹਦੇ ਲਈ ਖੁਰਾਕ ਅੰਦਰ ਜਾ ਸਕਦੀ, ਮਾਰਗ ਹੀ ਹੈ ਨਹੀਂ, ਰਸਤਾ ਹੈਗਾ ਹੀ ਨਹੀਂ। ਪਾਖਣ ਕੀਟ ਗੁਪਤ ਹੋਏ ਰਹਿਤਾ, ਤਾਚੋ ਮਾਰਗ ਨਾਹੀ। ਭਗਤ ਧੰਨਾ ਜੀ ਕਹਿੰਦੇ ਪੱਥਰ 'ਚ ਕੀੜਾ ਪੈਦਾ ਕੀਤਾ, ਉਹ ਗੁਪਤ ਹੈ, ਲੁਕਿਆ ਹੋਇਆ, ਨਾ ਉਹ ਬਾਹਰ ਆ ਸਕਦਾ, ਮਾਰਗ ਹੈਗਾ ਨਹੀਂ, ਨਾ ਕੋਈ ਖੁਰਾਕ ਅੰਦਰ ਪਹੁੰਚਾਈ ਜਾ ਸਕਦੀ। ਕਹੇ ਧੰਨਾ ਪੂਰਨ ਤਾਹੂ ਕੋ ਮਾਤਰੇ ਜੀਰੇ। ਕਹਿੰਦੇ ਨੇ ਉਹ ਇੰਨਾ ਪਰਿਪੂਰਨ ਹੈ ਅਕਾਲ ਪੁਰਖ ਵਾਹਿਗੁਰੂ, ਤੂੰ ਕੋ ਡਰੀ ਜਾਂਦਾ ਉਸ ਗੁਪਤ ਕੀੜੇ ਨੂੰ ਜਿਹੜਾ ਕਿਸੇ ਨੂੰ ਨਹੀਂ ਦਿਖਦਾ, ਕੋਈ ਉਹਦੀ ਖੁਰਾਕ ਨਹੀਂ ਉੱਥੇ ਪਹੁੰਚਾਉਂਦਾ, ਉਹਨੂੰ ਵੀ ਪਾਲਦਾ ਪਿਆ, ਉਹਦੇ ਦਿਖਾਈ ਨਹੀਂ ਦੇ ਰਿਹਾ ਕਿਸੇ ਨੂੰ। ਪਾਖਣ ਕੀਟ ਗੁਪਤ ਹੋਏ ਰਹਿਤਾ, ਦਿਸਦਾ ਹੀ ਨਹੀਂ ਕਿਉਂਕਿ ਰਸਤਾ ਨਹੀਂ ਹੈਗਾ। ਇਹ ਐਸੇ ਮਹਾਰਾਜ ਜੀ ਦੇ ਬਚਨਾਂ ਤੋਂ ਫਿਰ ਪਤਾ ਲੱਗਦਾ ਵੀ ਹਾਂ ਸਾਰਿਆਂ ਦਾ ਰਿਜ਼ਕ ਉਸ ਅਕਾਲ ਪੁਰਖ ਵਾਹਿਗੁਰੂ ਨੇ ਕੋਈ ਨਾ ਕੋਈ ਪ੍ਰਬੰਧ ਕੀਤਾ। ਗੁਰਮੁਖੋ ਸਾਰੇ ਜਿਹੜੇ ਦੇਖੋ ਆਪਾਂ ਪੜ੍ਹਦੇ ਮਹਾਰਾਜ ਜੀ ਦੇ ਬਚਨ, ਇੱਕ ਮਾਸਹਾਰੀ, ਇੱਕ ਤ੍ਰਿਣ ਖਾਹੀ, ਇੱਕ ਨਾ ਛਤੀ ਅੰਮ੍ਰਿਤ ਪਾਹੀ,
ਇੱਕ ਮਿਟਿਆ ਮੈਂ ਮਿਟਿਆ ਖਾ ਹੈ, ਇੱਕ ਪੌਣ ਸੁਮਾਰੀ ਪੌਣ ਸੁਮਾਰ। ਕੋਈ ਮਾਸ ਖਾਣ ਵਾਲੇ, ਉਹਨਾਂ ਦਾ ਉਹ ਰਿਜ਼ਕ ਬਣਾਇਆ। ਕੁਝ ਘਾਹ ਪੱਤੇ ਖਾਣ ਵਾਲੇ, ਉਹਨਾਂ ਦਾ ਉਹ ਰਿਜ਼ਕ ਬਣਾਇਆ। ਸ਼ਾਕਾਹਾਰੀ, ਕਈਆਂ ਦਾ ਰਿਜ਼ਕ ਸਿਰਫ ਮਿੱਟੀ ਹੈ, ਜਿਵੇਂ ਗੰਡੋਏ ਸਿਰਫ ਮਿੱਟੀ ਖਾਂਦੇ, ਹੋਰ ਕੁਝ ਵੀ ਨਹੀਂ ਖਾਂਦੇ। ਪਰਮਾਤਮਾ ਨੇ ਹਰੇਕ ਜੀਵ ਪੈਦਾ ਕਰਕੇ ਉਹਦੇ ਰਿਜ਼ਕ ਦਾ ਪ੍ਰਬੰਧ ਕੀਤਾ ਹੋਇਆ। ਇਸ ਲਈ ਕਹਿੰਦੇ ਸਭਨਾ ਰਿਜ਼ਕ ਸਮਾਹ ਦਾ ਪਿਆਰਾ, ਦੂਜਾ ਅਵਰ ਨਾ ਕੋਈ। ਕੋਈ ਦੂਸਰਾ ਹੈ ਨਹੀਂ, ਸਾਰਿਆਂ ਤੱਕ ਜਿਹੜਾ ਰਿਜ਼ਕ ਪਹੁੰਚਾ ਸਕਦਾ। ਉਵੇਂ ਤਾਂ ਇੱਕ ਜਪਜੀ ਸਾਹਿਬ ਦੇ ਟੀਕੇ 'ਚ ਇੱਕ ਸਾਖੀ ਵੀ ਲਿਖੀ ਹੈ ਮਹਾਂਪੁਰਸ਼ਾਂ ਨੇ, ਬਈ ਇਬਰਾਹੀਮ ਨੇ ਇੱਕ ਵਾਰੀ ਵੇਖਿਆ ਸੀ ਵੀ ਕਿਵੇਂ ਪਰਮਾਤਮਾ ਰਿਜ਼ਕ ਪਹੁੰਚਾਉਂਦਾ ਜੀ ਸਾਰਿਆਂ ਤੱਕ। ਉਹਨਾਂ ਨੇ ਕਹਿੰਦੇ ਇੱਕ ਕੀੜਾ ਇੱਕ ਡੱਬੀ 'ਚ ਪਾ ਕੇ ਡੱਬੀ ਆਪਣੀ ਟੋਪੀ ਥੱਲੇ ਰੱਖ ਲਈ ਸਿਰ ਤੇ ਜਦੋਂ ਗੱਲਬਾਤ ਹੋਈ, ਕਹਿੰਦੇ ਨਾ ਉਹ ਕੋਹੇਨੂਰ ਪਹਾੜ ਤੇ ਪਰਬਤ ਤੇ ਜਾਂਦੇ ਸੀ, ਉਹਨਾਂ ਦੀ ਪਰਮਾਤਮਾ ਨਾਲ ਗੱਲਬਾਤ ਹੁੰਦੀ ਆ ਗੁਰਮੁਖਾਂ ਦੀ, ਇਹ 'ਚ ਕੋਈ ਸ਼ੱਕ ਨਹੀਂ। ਮਹਾਰਾਜ ਨੇ ਆਖਿਆ ਮੈਂ ਆਪਣਾ ਸੁੱਤ ਤੋਹੇ ਨਵਾਜਾ, ਪੰਥ ਪਰਚਰ ਕਰਬੇ ਕੋ ਸਾਜਾ। ਦਸਵੇਂ ਪਾਤਸ਼ਾਹ ਕਹਿੰਦੇ ਮੈਨੂੰ ਅਕਾਲ ਪੁਰਖ ਨੇ ਆਖਿਆ ਮੈਂ ਤੈਨੂੰ ਆਪਣਾ ਪੁੱਤਰ ਬਣਾ ਕੇ ਭੇਜਣ ਲੱਗਾ। ਆਖਰ ਆਖਿਆ ਤੇ ਤਾਂ ਹੀ ਕਹਿ ਰਹੇ ਨਾ ਮਹਾਰਾਜ, ਗੱਲ ਹੋਈ ਹੈ ਨਾ। ਭਗਤ ਨਾਮਦੇਵ ਜੀ ਕਹਿੰਦੇ ਨਾ, ਤੂੰ ਕੌਣ ਰੇ? ਮੈਂ ਜੀ ਨਾਮਾ ਹੋ ਜੀ ਆਲਾ ਤੇ ਨਵਾਰਨਾ ਜਮ ਕਰਨਾ। ਉਹ ਕਹਿੰਦੇ ਮੈਨੂੰ ਪਰਮਾਤਮਾ ਨੇ ਪੁੱਛਿਆ ਤੂੰ ਕੌਣ ਹੈ? ਮੈਂ ਆਖਿਆ ਜੀ ਮੈਂ ਨਾਮਦੇਵ ਹਾਂ। ਗੱਲਬਾਤ ਹੁੰਦੀ ਹੈ, ਕਿਉਂਕਿ ਪਰਮਾਤਮਾ ਨੂੰ ਜਦੋਂ ਭਗਤ ਪ੍ਰਗਟ ਕਰ ਲੈਂਦੇ ਫਿਰ ਗੱਲਬਾਤ ਹੀ ਕਰਦੇ। ਭਗਤ ਧੰਨੇ ਨੇ ਜਦੋਂ ਅਕਾਲ ਪੁਰਖ ਨੂੰ ਪ੍ਰਗਟ ਕੀਤਾ, ਗੱਲਾਂ ਬਾਤਾਂ ਕੀਤੀਆਂ। ਆਖਿਆ ਛਕੋ ਜੀ, ਉਹਨੇ ਆਖਿਆ ਛਕ ਲੈਂਦੇ। ਆਖਿਆ ਮੇਰੇ ਕੰਮ ਵੀ ਕਰਨ ਵਾਲੇ, ਉਹਨੇ ਕਿਹਾ ਕਰ ਦਿਆਂਗੇ ਸਾਰੇ। ਗੱਲਬਾਤ ਚੱਲਦੀ ਉਹਨਾਂ ਦੀ। ਕਹਿੰਦੇ ਜਦੋਂ ਇਬਰਾਹੀਮ ਦੀ ਗੱਲ ਹੋਈ ਤਾਂ ਉਹਨੇ ਪੁੱਛਿਆ ਜੀ ਦੇ ਦਿੱਤਾ ਜੇ ਸਾਰਿਆਂ ਨੂੰ ਰਿਜ਼ਕ? ਤਾਂ ਖੁਦਾ ਨੇ ਆਖਿਆ ਦੇ ਦਿੱਤਾ। ਤੇ ਉਹ ਹੱਸ ਪਿਆ, ਕਹਿੰਦਾ ਨਹੀਂ ਇੱਕ ਵਾਰੀ ਫੇਰ ਵੇਖ ਲਓ, ਦੇ ਦਿੱਤਾ ਸਾਰਿਆਂ ਨੂੰ? ਕਹਿੰਦੇ ਦੇ ਦਿੱਤਾ ਭਾਈ। ਉਹ ਕਹਿੰਦੇ ਚਲੋ ਦੇਖ ਲੈਨੇ। ਟੋਪੀ ਲਾਈ, ਉਹ ਡੱਬੀ ਕੱਢੀ, ਦੇਖਿਆ ਜਿਹੜਾ ਉਹਦੇ 'ਚ ਕੀੜਾ ਸੀ ਉਹਦੇ ਮੂੰਹ 'ਚ ਚੌਲਾਂ ਦਾ ਦਾਣਾ ਸੀ। ਫੇਰ ਉਹ ਕਹਿੰਦਾ ਵੀ ਹਾਂ ਤੂੰ ਸਮਰੱਥ ਹੈ। ਤਾਂ ਮਹਾਰਾਜ ਨੇ ਆਖਿਆ ਖਸਮੇ ਨਦਰੀ ਕੀੜਾ ਆਵੇ ਜੇਤੇ ਚੁਗੈ ਦਾਣੇ। ਖਸਮ ਦੀ ਨਜ਼ਰ 'ਚ ਹੁੰਦਾ ਵੀ ਕਿਹੜਾ ਕੀੜਾ ਕਿੱਥੇ ਕਿਹੜੇ ਦਾਣੇ ਖਾਵੇਗਾ, ਉਹਨੇ ਸਾਰਾ ਪ੍ਰਬੰਧ ਕੀਤਾ। ਸਭਨਾ ਰਿਜ਼ਕ ਸਮਾਹ ਦਾ ਪਿਆਰਾ, ਦੂਜਾ ਔਰ ਨਾ ਕੋਈ। ਆਪੇ ਖੇਲ ਖਿਲਾਏ ਦਾ ਪਿਆਰਾ, ਆਪੇ ਕਰੇ ਸੋ ਹੋਏ। ਕਹਿੰਦੇ ਨੇ ਆਪ ਹੀ ਸਾਰੀ ਖੇਡ ਰਚੀ ਉਸ ਅਕਾਲ ਪੁਰਖ ਵਾਹਿਗੁਰੂ ਨੇ। ਆਪ ਹੀ ਕਰਦਾ ਪਿਆ ਉਹ ਸਾਰੀ ਜੀਵ ਪੈਦਾ ਕਰਨੇ, ਫਿਰ ਉਹਨਾਂ ਨੂੰ ਧੰਦੇ ਲਾਉਣਾ, ਫਿਰ ਕਰਮਾਂ ਉਹਨਾਂ ਦੇ ਕਰਮ ਵਾਚਣੇ, ਫਿਰ ਕਰਮਾਂ ਅਨੁਸਾਰ ਉਹਨਾਂ ਨੂੰ ਫਲ ਭੁਗਤਾਉਣਾ, ਫਿਰ ਸਾਰਿਆਂ ਦਾ ਰਿਜ਼ਕ ਪੈਦਾ ਕਰਨਾ, ਫਿਰ ਸਾਰਿਆਂ ਤੱਕ ਰਿਜ਼ਕ ਪਹੁੰਚਦਾ ਕਰਨਾ, ਸਾਰਿਆਂ ਤੱਕ ਉਹ ਰਿਜ਼ਕ ਅੱਪੜਦਾ ਵੀ ਕਰਦਾ। ਹੁਣ ਜਿਹੜੇ ਜੀਵ ਜਲ 'ਚ ਪੈਦਾ ਕੀਤੇ ਉਹਨਾਂ ਦਾ ਰਿਜ਼ਕ ਉਹਨੇ ਬਣਾਇਆ ਉਸੇ ਤਰ੍ਹਾਂ ਦਾ, ਜਾਂ ਜੀਵ ਰਿਜ਼ਕ ਤੱਕ ਪਹੁੰਚੇਗਾ ਜਾਂ ਰਿਜ਼ਕ ਜੀਵ ਤੱਕ ਪਹੁੰਚਾਵੇਗਾ ਉਹ। ਇਹ ਅਕਾਲ ਪੁਰਖ ਵਾਹਿਗੁਰੂ ਨੇ ਖੇਡ ਰਚੀ, ਤਾਂ ਚੱਲ ਰਹੀ 42 ਲੱਖ ਜੂਨ ਪਾਣੀ ਵਾਲੀ, ਨਹੀਂ ਤੇ ਨਾ ਚੱਲਦੀ। ਐਸੀ ਖੇਡ ਕਹਿੰਦੇ ਆਪੇ ਖੇਲ ਖਿਲਾਏ ਦਾ ਪਿਆਰਾ, ਆਪੇ ਕਰੇ ਸੋ ਹੋਏ। ਆਪ ਹੀ ਸਭ ਕੁਝ ਕਰਦਾ ਪਿਆ, ਆਪ ਉਹਨੇ ਖੇਡ ਰਚੀ। ਤੇ ਹੈਗੀ ਖੇਡ ਹੀ ਉਸ ਹੈ, ਜਗਤ ਤਮਾਸ਼ਾ ਹੀ ਹੈ। ਕਿਉਂਕਿ ਜਿਵੇਂ ਜਿਵੇਂ ਆਪਾਂ ਨੂੰ ਮਾੜੀ ਜੀ ਸਮਝ ਆਈ ਜਾਂਦੀ ਨਾ ਥੋੜੀ ਥੋੜੀ ਬਾਣੀ ਦੀ, ਤਿਵੇਂ ਤਿਵੇਂ ਫਿਰ ਹੈਰਾਨ ਹੁੰਦੇ ਵੀ ਵਾਕਈ ਇਹ ਤਾਂ ਤਮਾਸ਼ਾ ਹੀ ਰਚਿਆ ਬਈ ਪ੍ਰਮਾਤਮਾ ਨੇ। ਕਿਉਂਕਿ ਜਦੋਂ ਮਹਾਰਾਜ ਬਚਪਨ ਨਹਿ ਕਿਸ ਜਨਮੈ ਨਹਿ ਕਿਸ ਮਰੈ, ਆਪਣ ਚਲਤ ਆਪ ਹੀ ਕਰੇ। ਪੂਰੀ ਅਸ਼ਟਪਦੀ ਪੜੋ ਤੁਸੀਂ, 21ਵੀਂ ਅਸ਼ਟਪਦੀ, ਹੈਰਾਨ ਹੋ ਜਾਈਦਾ ਵੀ ਫਿਰ ਹੋ ਕੀ ਰਿਹਾ ਹੈ। ਵੀ ਨਾ ਕੋਈ ਜਨਮ ਲੈਂਦਾ, ਨਾ ਕੋਈ ਕਿਸੇ ਦੀ ਮੌਤ ਹੋ ਰਹੀ ਹੈ। ਕਹਿੰਦੇ ਆਪ ਹੀ ਖੇਡਾਂ ਕਰੀ ਜਾਂਦਾ ਪ੍ਰਮਾਤਮਾ, ਆਪ ਹੀ ਸਾਰਾ। ਆਪਾਂ ਨੂੰ ਤਾਂ ਐਵੇਂ ਲੱਗਦਾ ਵੀ ਜਨਮ ਵੀ ਹੋ ਰਹੇ ਨੇ, ਮੌਤ ਵੀ ਹੋ ਰਹੀ ਹੈ। ਪਰ ਮਹਾਰਾਜ ਪੰਜਵੇਂ ਪਾਤਸ਼ਾਹ ਕਹਿੰਦੇ ਕੁਝ ਨਹੀਂ ਹੋ ਰਿਹਾ ਅਸਲ 'ਚ, ਬਸ ਇੱਕ ਤਮਾਸ਼ਾ ਹੋ ਰਿਹਾ ਜਿਹੜਾ ਉਹਨੇ ਰਚਿਆ, ਹੋ ਕੁਝ ਨਹੀਂ ਰਿਹਾ। ਇਸੇ ਲਈ ਇਹਨੂੰ ਇੱਕ ਖੇਡ ਆਖਿਆ। ਖੇਡ ਜਿਹੜੀ ਹੈ ਹਮੇਸ਼ਾ ਦੋ ਟੀਮਾਂ 'ਚ ਚੱਲਦੀ, ਦੋ ਟੀਮਾਂ ਹੋਣਗੀਆਂ ਤਾਂ ਮੈਚ ਚੱਲੇਗਾ। ਇਸੇ ਲਈ ਪ੍ਰਮਾਤਮਾ ਨੇ ਦੁੱਖ ਸੁੱਖ, ਗੁਰਮੁਖ ਮਾਨਮੁਖ, ਧੁੱਪ ਛਾਂ, ਜਨਮ ਮੌਤ, ਇਹ ਸਾਰਾ ਬਰਾਬਰ ਬਰਾਬਰ ਚਲਾਇਆ, ਕਿਉਂਕਿ ਤਾਂ ਹੀ ਖੇਡ ਚੱਲਣੀ ਹੈ। ਆਪੇ ਖੇਲ ਖਿਲਾਏ ਦਾ ਪਿਆਰਾ, ਆਪੇ ਕਰੇ ਸੋ ਹੋਏ। ਆਪੇ ਹੀ ਆਪ ਨਿਰਮਲਾ ਪਿਆਰਾ। ਕਹਿੰਦੇ ਆਪ ਹੈ ਉਹ ਅਸਲ 'ਚ ਜਿਹੜਾ ਜਿਹਨੂੰ ਕੋਈ ਲਪਾਏ ਮਾਨਗੀ ਨਹੀਂ, ਜਿਹੜਾ ਨਿਰਲੇਪ ਹੈ, ਨਿਰਮਲ ਹੈ। ਨਿਰਮਲ ਅਸਲ 'ਚ ਹੁੰਦਾ ਹੀ ਉਹ ਜਿਹੜਾ ਨਿਰਲੇਪ ਹੋ ਜਾਏ। ਜਿੰਨੀ ਦੇਰ ਮਨ ਵੀ ਨਿਰਲੇਪ ਨਹੀਂ ਹੁੰਦਾ ਉਨੀ ਦੇਰ ਨਿਰਮਲ ਨਹੀਂ ਹੁੰਦਾ। ਮਨ ਨੂੰ ਸੰਸਕਾਰਾਂ ਦੀ ਵਿਕਾਰਾਂ ਦੀ ਮੈਲ ਹੈ, ਜਿੰਨੀ ਦੇਰ ਇਹਦੇ ਤੋਂ ਨਿਰਲੇਪ ਨਾ ਹੋਇਆ ਉਨੀ ਦੇਰ ਇਹਦੀ ਪਵਿੱਤਰਤਾ ਨਹੀਂ ਮੰਨੀ ਜਾਣੀ।
ਕਹਿੰਦੇ ਅਕਾਲ ਪੁਰਖ ਵਾਹਿਗੁਰੂ ਪਵਿੱਤਰ ਹੈ, ਉਹਦਾ ਨਾਮ ਪਵਿੱਤਰ ਹੈ, ਗੁਰਮੁਖੋ ਆਪ ਨਿਰਮਲ, ਆਪੇ ਨਿਰਮਲ ਸੋਏ। ਕਹਿੰਦੇ ਉਹਦੀ ਸੋਭਾ ਵੀ ਤਾਂ ਹੀ ਪਵਿੱਤਰ ਹੈ, ਪਰਮਾਤਮਾ ਦੀ ਸੋਭਾ ਵੀ ਤਾਂ ਹੀ ਕੋਈ ਅੱਜ ਤੱਕ ਘਟਾ ਨਹੀਂ ਸਕਿਆ। ਜਿਨ੍ਹਾਂ ਨੇ ਹਜ਼ਾਰਾਂ ਪ੍ਰਮਾਣ ਦਿੱਤੇ ਵੀ ਪਰਮਾਤਮਾ ਹੁੰਦਾ ਹੀ ਨਹੀਂ, ਘਟਾਉਣ ਦਾ ਯਤਨ ਕੀਤਾ ਵੀ ਐਵੇਂ ਵਹਿਮ ਪੈ ਗਿਆ, ਕੋਈ ਰੱਬ ਨਹੀਂ ਹੁੰਦਾ, ਆਖਰ ਉਹਨਾਂ ਨੂੰ ਹਾਰ ਹੀ ਮੰਨਣੀ ਪਈ, ਕਿਉਂਕਿ ਉਹ ਸਿੱਧ ਨਹੀਂ ਕਰ ਸਕੇ ਵੀ ਪਰਮਾਤਮਾ ਹੈਗਾ ਨਹੀਂ। ਬਥੇਰੇ ਯਤਨ ਕੀਤੇ, ਕਈਆਂ ਨੇ ਲਿਖ ਕੇ ਵੀ ਕਿੰਨੀਆਂ ਕਿੰਨੀਆਂ ਕਿਤਾਬਾਂ ਆਪਾਂ ਨੂੰ ਮਿਲ ਜਾਂਦੀਆਂ ਨਾਸਤਕਾਂ ਦੀਆਂ, ਜਿਹੜੀਆਂ ਲਿਖੀਆਂ ਹੋਈਆਂ ਪਰੀਆਂ। ਉਹ ਕਹਿੰਦੇ ਜੀ ਐਵੇਂ ਧਰਮ ਵੀ ਕੋਈ ਚੀਜ਼ ਨਹੀਂ ਹੁੰਦੀ, ਕਿਉਂਕਿ ਧਰਮ ਤੇ ਕਹਿੰਦੇ ਐਵੇਂ ਇੱਕ ਬਸ ਮਨ ਪਰਚਾਵੇ ਦਾ ਸਾਧਨ ਹੈ ਅਮੀਰ ਲੋਕਾਂ ਦੇ। ਧਰਮ ਤੇ ਸਲੋ ਪੋਇਜ਼ਨ, ਕਿਸੇ ਨੂੰ ਹੌਲੀ ਹੌਲੀ ਮਾਰਨਾ ਤਾਂ ਉਹਨੂੰ ਤੁਸੀਂ ਧਰਮ ਦੀ ਫੱਟੀ ਉਹਦੇ ਗਲ 'ਚ ਪਾ ਦਿਓ। ਇਹ ਨਾਸਤਕ ਬੰਦਿਆਂ ਦੀਆਂ ਲਿਖੀਆਂ ਕਿਤਾਬਾਂ। ਪਰ ਅਸਲ ਵਿੱਚ ਫਿਰ ਜਦੋਂ ਇਹਨਾਂ ਦੇ ਜਵਾਬ ਦਿੱਤੇ ਗੁਰਮੁਖਾਂ ਨੇ, ਫਿਰ ਉਹਨਾਂ ਨੂੰ ਅੱਗੋਂ ਕੋਈ ਜਵਾਬ, ਫਿਰ ਨਹੀਂ ਕੋਈ ਉਹਨਾਂ ਨੂੰ ਗੱਲ ਅੱਗੋਂ ਆਈ। ਜਦੋਂ ਲੋਕਾਂ ਨੇ ਦੱਸਿਆ ਵੀ ਧਰਮ ਤੋਂ ਬਿਨਾਂ ਤਾਂ ਗੁਰਮੁਖੋ ਚੱਲ ਹੀ ਨਹੀਂ ਸਕਦਾ ਸੰਸਾਰ, ਧਰਮ ਨੂੰ ਚੱਲਦਾ ਰੱਖਣ ਲਈ ਤੇ 10ਵੇਂ ਪਾਤਸ਼ਾਹ ਕਹਿੰਦੇ ਮੈਂ ਆਇਆ, ਨਹੀਂ ਤੇ ਨਾ ਆਉਂਦਾ। ਧਰਮ ਚਲਾਵਣ ਸੰਤ ਉਬਾਰਨ, ਦੁਸ਼ਟ ਸਭਨ ਕੋ ਮੂਲ ਉਪਾਰਨ। ਕਹਿੰਦੇ ਇਸੇ ਕਰਕੇ ਮੈਂ ਆਇਆ, ਹੋਰ ਤਾਂ ਕੋਈ ਹੈ ਹੀ ਨਹੀਂ ਸੀ ਕਾਰਨ ਮੇਰੇ ਆਉਣ ਦਾ। ਹਾਮੇ ਕਾਜ ਜਗਤ ਮੋ ਆਏ, ਧਰਮ ਹੇਤ ਗੁਰਦੇਵ ਪਠਾਏ। ਕਹਿੰਦੇ ਸਿਰਫ ਧਰਮ ਖਤਮ ਨਾ ਹੋ ਜਾਏ ਕਿਤੇ ਦੁਨੀਆ ਤੋਂ, ਇਹਨੂੰ ਚੱਲਦਾ ਰੱਖਣਾ, ਕਿਉਂਕਿ ਸੰਸਾਰ ਚੱਲਦਾ ਰੱਖਣਾ ਮੈਨੂੰ ਸਿਰਫ ਪਰਮਾਤਮਾ ਨੇ ਇਸੇ ਕੰਮ ਲਈ ਭੇਜਿਆ, ਦੂਜਾ ਕੋਈ ਕੰਮ ਨਹੀਂ ਸੀ। ਇਸੇ ਲਈ ਧਰਮ ਦੀ ਨੀਂਹ ਪੱਕੀ ਕਰਨ ਵਾਸਤੇ ਮਹਾਰਾਜ ਜੀ ਨੇ ਆਪਣੀਆਂ ਅੱਖਾਂ ਸਾਹਮਣੇ ਆਪਣੇ ਪੁੱਤਰ ਸ਼ਹੀਦ ਕਰਵਾਏ। ਭਈ ਇਹ ਐਸਾ ਮੈਂ ਮਹੱਲ ਬਣਾ ਜਾਣਾ ਭਈ ਇਹ ਧਰਮ ਦੀਆਂ ਜੜ੍ਹਾਂ ਸਾਰੇ ਦੁਸ਼ਟ ਰਲ ਕੇ ਵੀ ਮੁੜ ਕੇ ਪੁੱਟ ਨਹੀਂ ਸਕਣਗੇ। ਕਿਉਂ? ਕਿਉਂਕਿ ਮੈਂ ਦੁਸ਼ਟਾਂ ਦੀਆਂ ਜੜ੍ਹਾਂ ਪੁੱਟ ਜਾਂਗਾ ਜਿਹੜੇ ਧਰਮ ਦੇ ਵਿਰੋਧੀ ਹੈ। ਧਰਮ ਚਲਾਵਣ ਸੰਤੋ ਬਾਰਨ, ਦੁਸ਼ਟ ਸਭਨ ਕੋ ਮੂਲ ਉਪਾੜਨ। ਮੂਲ ਹੁੰਦੀ ਜੜ, ਕਹਿੰਦੇ ਮੈਂ ਦੁਸ਼ਟਾਂ ਦੀਆਂ ਜੜ੍ਹਾਂ ਵੀ ਪੱਟਣੀਆਂ ਜਿਹੜੇ ਧਰਮ ਦੇ ਵਿਰੋਧੀ ਹੈ। ਧਰਮ ਨੂੰ ਮੈਂ ਚੱਲਦਾ ਰੱਖਣ ਵਾਸਤੇ ਆਇਆ, ਕਿਉਂਕਿ ਧਰਮ ਬਿਨਾਂ ਸੰਸਾਰ ਨੇ ਨਹੀਂ ਚੱਲਣਾ ਹੈ। ਫਿਰ ਜਦੋਂ ਉਹਨਾਂ ਗੁਰਮੁਖਾਂ ਨੇ ਜਵਾਬ ਦਿੱਤੇ, ਫਿਰ ਅੱਗੇ ਉਹਨਾਂ ਨੂੰ ਕੋਈ ਆਇਆ ਨਹੀਂ। ਜਿਵੇਂ ਮਸਕੀਨ ਜੀ ਦਾ ਵੀ ਆਪਾਂ ਸੁਣਦੇ ਨਾ ਬਚਨ, ਉਹ ਕਹਿੰਦੇ ਉਹ ਪ੍ਰੋਫੈਸਰ ਸਾਲੂ ਨਾਲ ਉਹਨਾਂ ਦੀ ਬਹੁਤ ਵੱਡੇ ਸਰਬ ਧਰਮ ਸੰਮੇਲਨ ਵਿੱਚ ਵਿਚਾਰ ਚੱਲੀ ਸੀ। ਉਹ ਤਾਂ ਕਹਿੰਦੇ ਵੀ ਸਾਰੇ ਧਰਮਾਂ ਦੇ ਲੋਕ ਸੀ, ਧਰਮੀ ਬੰਦੇ ਇਹ ਸਿੱਧ ਕਰਦੇ ਸੀ ਵੀ ਪਰਮਾਤਮਾ ਹੈਗਾ, ਤੇ ਉਹ ਕੱਲਾ ਇੱਕ ਪ੍ਰੋਫੈਸਰ ਮਗਰੋਂ ਪ੍ਰਮਾਣ ਦੇ ਕੇ ਸਾਰੀ ਗੱਲ ਜਿਹੜੀ ਸੀ ਉਹ ਖੂਹ ਖਾਤੇ ਪਾ ਦਿੰਦਾ ਸੀ ਵੀ ਇਹ ਤੁਹਾਡਾ ਵਹਿਮ ਹੈ, ਹੁੰਦਾ ਨਹੀਂ ਕੋਈ ਪਰਮਾਤਮਾ। ਤਾਂ ਅਖੀਰ ਕਹਿੰਦੇ ਫਿਰ ਅਸੀਂ ਆਖਿਆ ਵੀ ਏਡੇ ਏਡੇ ਵੱਡੇ ਵਿਦਵਾਨਾਂ ਦੇ ਪੈਰ ਨਹੀਂ ਲੱਗਣ ਦਿੰਦਾ ਪਿਆ, ਤੇ ਵੀ ਮੇਰੀ ਕਿਵੇਂ ਗੱਲ ਚੱਲੇਗੀ। ਪਰ ਕਹਿੰਦੇ ਫਿਰ ਅਸੀਂ ਅਰਦਾਸ ਕੀਤੀ ਮਹਾਰਾਜ ਅੱਗੇ ਬੋਲਣ ਤੋਂ ਪਹਿਲਾਂ, ਮਹਾਰਾਜ ਇਹ ਤੇ ਬਹੁਤ ਵੱਡੇ ਵਿਦਵਾਨ ਇੱਥੇ ਬੈਠੇ ਨੇ, ਵੀ ਤੁਸੀਂ ਹੁਣ ਲਾਜ ਰੱਖਿਓ। ਬਸ ਉਹਦੇ ਨਾਲ ਜਿਹੜੇ ਸਵਾਲ ਜਵਾਬ ਮਸਕੀਨ ਸਾਹਿਬ ਦੇ ਹੋਏ, 20 ਮਿੰਟਾਂ 'ਚ ਮਾਫੀ ਮੰਗ ਗਿਆ। 20 ਮਿੰਟਾਂ 'ਚ ਗੁਰੂ ਸਾਹਿਬ ਨੇ ਅਸੀਂ ਉਹ ਕਹਿੰਦੇ ਲਾਜ ਰੱਖੀ, ਉਹਨੂੰ ਜਵਾਬ ਨਹੀਂ ਆਇਆ। ਤੇ ਫਿਰ ਕਹਿੰਦੇ ਜਦੋਂ ਬੈਠੇ ਬਾਅਦ 'ਚ ਸਮਾਪਤੀ ਤੇ ਚਾਹ ਪਾਣੀ ਪੀਂਦੇ ਸਾਂ, ਉਹਨੇ ਆਖਿਆ ਵੀ ਦੁਨੀਆ 'ਚ ਪਹਿਲਾ ਮਨੁੱਖ ਹੋਇਆ ਮਸਕੀਨ ਜੀ ਤੁਸੀਂ, ਜਿਹਨੇ ਮੇਰੇ ਪ੍ਰਮਾਣ ਕੱਟ ਕੇ ਸਿੱਧ ਕੀਤਾ ਵੀ ਪਰਮਾਤਮਾ ਹੁੰਦਾ। ਅੱਜ ਤੱਕ ਕਹਿੰਦੇ ਕੋਈ ਹੋਇਆ ਨਹੀਂ। ਬਹੁਤ ਵੱਡਾ ਵਿਦਵਾਨ ਪੜ੍ਹਿਆ ਲਿਖਿਆ ਬੰਦਾ ਸੀ ਉਹ ਪ੍ਰੋਫੈਸਰ ਸਾਲੂ। ਹਰੇਕ ਵਿਦਵਾਨ ਦੀ ਗੱਲ ਬੜੀ ਦਲੀਲ ਨਾਲ ਕੱਟ ਕੇ ਕਹਿੰਦਾ ਸੀ ਨਹੀਂ ਤੁਹਾਨੂੰ ਭੁਲੇਖਾ, ਪਰਮਾਤਮਾ ਨਹੀਂ ਹੈਗਾ। ਪਰ ਫਿਰ ਜਦੋਂ ਉਹਨਾਂ ਨੂੰ ਮਸਕੀਨ ਜੀ ਨਾਲ ਵਿਚਾਰ ਹੋਈ, ਫਿਰ ਉਹਨੂੰ ਮੰਨਣਾ ਪਿਆ ਵੀ ਹਾਂ ਹੈਗਾ ਭਾਈ, ਕਿਉਂਕਿ ਗੁਰੂ ਸਾਹਿਬ ਜੀ ਨੇ ਬੇਅੰਤ ਪ੍ਰਮਾਣ ਗੁਰਬਾਣੀ 'ਚ ਦਿੱਤੇ, ਔਰ ਬਹੁਤ ਸੌਖੇ ਤੇ ਸਿੱਧੇ, ਵੀ ਪਰਮਾਤਮਾ ਤੋਂ ਬਿਨਾਂ ਚੱਲ ਨਹੀਂ ਸਕਦਾ ਗੁਰਮੁਖੋ ਸੰਸਾਰ। ਆਪੇ ਕੀਮਤ ਪਾਏ ਦਾ ਪਿਆਰਾ, ਆਪੇ ਕਰੇ ਸੋਏ। ਕਹਿੰਦੇ ਬਸ ਉਹ ਆਪਣੇ ਕਿਣਕੇ ਮਾਤਰ ਇਸ ਸ਼ਕਤੀ ਦੀ, ਇਸ ਕਲਾ ਦੀ, ਇਸ ਨਾਮ ਦੀ ਕੀਮਤ ਸਿਰਫ ਉਹ ਆਪ ਦੱਸ ਸਕਦਾ ਹੈ। ਕੋਈ ਐਸੀ ਦੁਨੀਆ ਤੇ ਚੀਜ਼ ਹੈ ਨਹੀਂ ਜਿਹਦੇ ਨਾਲ ਤੋਲ ਮਿਣ ਕੇ ਦੱਸਿਆ ਜਾਏ ਪਰਮਾਤਮਾ ਦੇ ਇੱਕ ਕਿਣਕੇ ਦੀ ਕੀਮਤ ਕੀ ਹੈ ਨਾਮ ਦੀ, ਉਹਨੂੰ ਹੀ ਪਤਾ। ਬਸ ਆਪੇ ਕੀਮਤ ਪਾਏ ਦਾ ਪਿਆਰਾ, ਕਹਿੰਦੇ ਬਸ ਉਹ ਆਪ ਹੀ ਕੀਮਤ ਪਾਉਂਦਾ, ਹੋਰ ਕਿਸੇ ਨੂੰ ਨਹੀਂ ਪਤਾ। ਕਿਣਕਾ ਏਕ ਜਿਸ ਜੀਵ ਵਸਾਵੈ, ਤਾਂ ਕਿ ਮਹਿਮਾ ਗਣੀ ਨਾ ਆਵੇ। ਕਹਿੰਦੇ ਉਹਦੀ ਮਹਿਮਾ ਨਹੀਂ ਦੱਸੀ ਜਾ ਸਕਦੀ ਜਿਸ ਦੇ ਹਿਰਦੇ 'ਚ ਇੱਕ ਕਿਣਕਾ ਵਸਿਆ, ਤੇ ਜਿਸ ਕਿਣਕੇ ਕਰਕੇ ਉਹਦੀ ਏਡੀ ਵੱਡੀ ਮਹਿਮਾ ਹੋ ਗਈ, ਉਸ ਕਿਣਕੇ ਦੀ ਕੀਮਤ ਕੌਣ ਦੱਸੇ। ਮਹਾਰਾਜ ਕਹਿੰਦੇ ਮੰਨੇ ਕੀ ਗੱਤ ਕਹੀ ਨਾ ਜਾਏ। ਸਿਰਫ ਇੱਕ ਵਚਨ ਜਿਹਨੇ ਮੰਨ ਲਿਆ ਉਹਦੀ ਕੋਈ ਗਤੀ ਨਹੀਂ ਦੱਸ ਸਕਦਾ।
ਆਪੇ ਅਲਖ ਨਾ ਲਖੀਏ ਪਿਆਰਾ। ਕਹਿੰਦੇ ਹਾਂ ਉਹ ਆਪ ਹੀ ਅਲਖ ਹੈ, ਲਖਣ ਤੋਂ ਰਹਿਤ ਉਹਨੂੰ ਕੋਈ ਜਾਣ ਨਹੀਂ। ਲਖਣਾ ਹੁੰਦਾ ਜਾਣਨਾ। ਕਹਿੰਦੇ ਪਰਮਾਤਮਾ ਨੂੰ ਅਕਲ ਨਾਲ ਨਹੀਂ ਜਾਣਿਆ ਜਾਂਦਾ, ਚਤਰਾਈ ਨਾ, ਸਿਆਣਪ ਨਾ, ਮਨ ਕਰਕੇ, ਬੁੱਧੀ ਕਰਕੇ ਕੋਈ ਨਹੀਂ ਜਾਣ ਸਕਦਾ ਉਹਦੇ ਬਾਰੇ ਵੀ ਅਸਲ ਵਿੱਚ ਹੈ ਕੀ, ਕਿਵੇਂ ਚਲਾ ਰਿਹਾ ਉਹ ਸਾਰਾ ਪ੍ਰਬੰਧ, ਕਿਵੇਂ ਸਾਰਾ ਹਿਸਾਬ ਕਿਤਾਬ ਰੱਖਦਾ ਉਹ। ਇਹ ਕਹਿੰਦੇ ਇਹ ਜਾਣਨ ਤੋਂ ਪਰੇ ਦੀ ਗੱਲ ਹੈ। ਤੇ ਜਿਨ੍ਹਾਂ ਨੇ ਜਾਣ ਲਿਆ ਉਹ ਕਹਿੰਦੇ ਅਸੀਂ ਦੱਸ ਨਹੀਂ ਸਕਦੇ। ਕਬੀਰ ਸਾਹਿਬ ਨੇ ਆਖਿਆ, ਉਹ ਕਹਿੰਦੇ ਨੇ ਅੱਖਰ ਨਹੀਂ ਹੈਗੇ ਦੱਸਣ ਲਈ। ਕਹਿਬੇ ਕੋ ਸੋਭਾ ਨਹੀਂ, ਦੇਖਾ ਹੀ ਪ੍ਰਵਾਨ। ਉਹ ਕਹਿੰਦੇ ਇਹ ਤੇ ਦੇਖਣ ਵਾਲੀ ਗੱਲ ਹੈ, ਕਹਿਣ ਵਾਲੀ ਹੈ ਹੀ ਨਹੀਂ, ਕਹਿ ਨਹੀਂ ਸਕਦੇ। ਕਹਿਣ ਵਾਸਤੇ ਸ਼ਬਦ ਚਾਹੀਦੇ। ਕਬੀਰ ਸਾਹਿਬ ਕਹਿੰਦੇ ਸ਼ਬਦਾਂ ਦੀ ਵਲਗਣ ਚੋਂ ਨਹੀਂ ਆਉਂਦਾ, ਦੱਸ ਨਹੀਂ ਸਕਦੇ ਅਸੀਂ। ਹਾਂ ਜਿਹੜਾ ਦੇਖ ਲਵੇਗਾ ਉਹ ਅਨੁਭਵ ਕਰ ਲੇਗਾ, ਹਾਂ ਉਹਨੂੰ ਪਤਾ ਲੱਗਿਆ ਹਾਂ ਵਾਕਿਆ ਵੀ ਕਬੀਰ ਸਾਹਿਬ ਸੱਚ ਕਹਿੰਦੇ ਸੀ। ਦੇਖਿਆ ਪਤਾ ਲੱਗੇਗਾ, ਕਹਿ ਕੇ ਨਹੀਂ ਕਹਿੰਦੇ ਅਸੀਂ ਤੈਨੂੰ। ਜਿਵੇਂ ਅੰਨੇ ਬੰਦੇ ਨੂੰ ਤੁਸੀਂ ਲੱਖ ਵਾਰੀ ਸਮਝਾ ਲਓ ਕਿ ਧੁੱਪ ਹੁੰਦੀ ਹੈ, ਉਹਨੂੰ ਨਹੀਂ ਸਮਝ ਆਉਣੀ, ਕਦੀ ਵੀ ਨਹੀਂ ਸਮਝਾ। 1000 ਵਿਦਵਾਨ ਇਕੱਠਾ ਹੋ ਕੇ ਸੂਰਮੇ ਸਿੰਘ ਨੂੰ ਨਹੀਂ ਸਮਝਾ ਸਕਦਾ ਵੀ ਧੁੱਪ ਕਿੱਦਾਂ ਦੀ ਹੁੰਦੀ, ਸਮਝਾ ਹੀ ਨਹੀਂ ਸਕਦਾ। ਕਿਉਂ? ਵਿਦਵਾਨਾਂ ਨੇ ਲਿਖਿਆ, ਉਹ ਕਹਿੰਦੇ ਇਦਾਂ ਜਿੱਦ ਹੋਈ ਸੀ ਇੱਕ ਵਾਰੀ, ਜਨਮ ਤੋਂ ਅੰਨੇ ਬੰਦੇ ਨੂੰ ਸਮਝਾ ਰਹੇ ਨੇ ਲੋਕ ਵੀ ਧੁੱਪ। ਉਹ ਕਹਿੰਦਾ ਲੈ ਜੇ ਹੁੰਦੀ ਆ ਤੇ ਮੇਰੇ ਮੂੰਹ 'ਚ ਪਾ ਕੇ ਵਿਖਾਓ, ਮੈਂ ਸਵਾਦ ਵੇਖ ਲਾਂ, ਮੰਨਾ ਤੁਸੀਂ ਸੱਚ ਬੋਲਦੇ ਜੇ ਵਾਕਿਆ ਧੁੱਪ ਕੋਈ ਚੀਜ਼ ਹੈਗੀ ਆ ਤੇ ਮੇਰੇ ਮੂੰਹ 'ਚ ਪਾਓ ਥੋੜੀ ਜੀ, ਮੈਂ ਸਵਾਦ ਵੇਖਾਂ ਉਹਦਾ ਚੱਖ ਕੇ, ਫਿਰ ਮੈਂ ਆਖਾਂ ਵੀ ਹਾਂ ਵੀ ਇਦਾਂ ਦੀ ਹੁੰਦੀ ਧੁੱਪ। ਉਹ ਕਹਿੰਦੇ ਨਹੀਂ ਤੇਰੇ ਮੂੰਹ 'ਚ ਪਾ ਸਕਦੇ ਅਸੀਂ। ਉਹ ਕਹਿੰਦਾ ਚਲੋ ਫਿਰ ਤੁਸੀਂ ਮੇਰੇ ਨੱਕ ਅੱਗੇ ਕਰੋ, ਮੈਂ ਸੁਗੰਧੀ ਲੈ ਕੇ ਵੇਖ ਲਾਂ ਬਾਸ਼ਨਾ ਕਿੱਦਾਂ ਦੀ ਉਹਦੀ। ਉਹ ਕਹਿੰਦੇ ਇਦਾਂ ਵੀ ਨਹੀਂ ਅਸੀਂ ਕਰ ਸਕਦੇ। ਉਹ ਕਹਿੰਦਾ ਚੱਲ ਫਿਰ ਥੋੜੀ ਜਿਹੀ ਧੁੱਪ ਫੜ ਕੇ ਘਸਾਓ ਮੇਰੇ ਹੱਥ ਦੇ ਪਿਛਲੇ ਪਾਸੇ, ਮੈਂ ਉਹਦਾ ਸਪਰਸ਼ ਵੇਖ ਲਾਂ ਵੀ ਕਰੜੀ ਆ, ਨਰਮ ਹੈ, ਕੀ ਆ ਉਹ। ਉਹ ਕਹਿੰਦੇ ਇਦਾਂ ਵੀ ਨਹੀਂ ਕਰ ਸਕਦੇ। ਕਹਿੰਦੇ ਫਿਰ ਤਾਂ ਤੁਹਾਡੇ ਨਾਲ ਵੱਡਾ ਝੂਠਾ ਹੀ ਕੋਈ ਨਹੀਂ ਹੋਰ, ਵੀ ਤੁਸੀਂ ਇੰਨਾ ਵੇਖ ਕੇ ਮਖੌਲ ਕਰੀ ਜਾਂਦੇ। ਨਾ ਤੁਸੀਂ ਉਹਦਾ ਸਵਾਦ ਵਿਖਾਲ ਸਕਦੇ, ਨਾ ਬਾਸ਼ਨਾ ਵਿਖਾਲ ਸਕਦੇ, ਨਾ ਸਪਰਸ਼ ਵਿਖਾਲ ਸਕਦੇ ਆ, ਨਾ ਮੇਰੇ ਹੱਥ 'ਚ ਫੜਾ ਸਕਦੇ ਆ ਵੀ ਮੈਂ ਟੋਹ ਕੇ ਵੇਖ ਲਾਂ। ਇਹਦਾ ਮਤਲਬ ਤੁਸੀਂ ਸਾਰੇ ਝੂਠੇ ਜਾਣ ਕੇ ਮਖੌਲ ਕਰਦੇ ਕਿਉਂਕਿ ਮੈਨੂੰ ਦਿਸਦਾ ਨਹੀਂ। ਉਹੋ ਹੀ ਗੱਲ ਹੈ ਬਸ। ਕਹਿੰਦੇ ਜਿਵੇਂ ਉਹਨੂੰ 1000 ਬੰਦਾ ਵੀ ਮਿਲ ਕੇ ਨਹੀਂ ਨਾ ਸਮਝਾ ਸਕਦਾ ਵੀ ਇਹ ਹੁੰਦੀ ਹੈ, ਇਵੇਂ ਹੀ ਪਰਮਾਤਮਾ ਦੇ ਸਰੂਪ ਨੂੰ ਕੋਈ ਵੀ ਨਹੀਂ ਨਾ ਸਮਝਾ ਸਕਦਾ ਨਾ ਜਾਣ ਸਕਦਾ। ਜਦੋਂ ਕੋਈ ਜਾਣ ਲੈਂਦਾ ਉਹ ਦੂਜੇ ਨੂੰ ਨਹੀਂ ਸਮਝਾ ਸਕਦਾ। ਜਿਵੇਂ ਮੰਨ ਲਓ ਕਿ ਜਿਹੜੇ ਬੰਦੇ ਨੂੰ ਨਹੀਂ ਦਿਸਦੀ ਧੁੱਪ ਤੇ ਉਹਨੂੰ ਨਹੀਂ ਨਾ ਮਨਾ ਸਕਦੇ, ਪਰ ਜਦੋਂ ਉਹਨੂੰ ਦਿਸਣ ਲੱਗ ਪਏ, ਮੰਨ ਲਓ ਉਹਦੀਆਂ ਅੱਖਾਂ ਦਾ ਆਪਰੇਸ਼ਨ ਕਰਵਾਈਏ, ਉਹਨੂੰ ਦਿਸਣ ਲੱਗ ਪਏ, ਉਹ ਮੰਨ ਜਾਏਗਾ ਨਾ ਵੀ ਹਾਂ ਹੈਗੀ ਆ। ਹੁਣ ਉਹਨੂੰ ਕਹੇ ਵੀ ਤੂੰ ਆਪਣੇ ਬਾਕੀ ਨਾਲ ਦੇ ਅੰਨਿਆਂ ਨੂੰ ਸਮਝਾ, ਉਹ ਵੀ ਨਹੀਂ ਸਮਝਾ ਸਕੇਗਾ। ਉਹ ਵੀ ਦੂਜਿਆਂ ਨੂੰ ਕਿਸੇ ਤਰ੍ਹਾਂ ਨਹੀਂ ਸਮਝਾ ਸਕਦਾ, ਸਿਰਫ ਦੇਖ ਕੇ ਕਹਿ ਸਕਦਾ ਵੀ ਹਾਂ ਮੈਂ ਦੇਖ ਲਿਆ, ਜਦੋਂ ਤੁਸੀਂ ਦੇਖੋਗੇ ਆਪੇ ਮੰਨ ਜਾਓਗੇ। ਪਰ ਹੱਥ 'ਚ ਤੁਹਾਡੇ ਮੈਂ ਵੀ ਨਹੀਂ ਫੜਾ ਸਕਦਾ, ਮੈਂ ਸਵਾਦ ਨਹੀਂ ਵਿਖਾਲ ਸਕਦਾ, ਮੈਂ ਤੁਹਾਨੂੰ ਇਹਦਾ ਸਪਰਸ਼ ਨਹੀਂ ਦਿਖਾਲ ਸਕਦਾ। ਇਹ ਉਹਦੇ ਵੱਸ ਦੀ ਬਣੀ ਗੱਲ। ਉਹੀ ਸੇਮ ਭਜਨ ਕਬੀਰ ਸਾਹਿਬ ਨੇ ਕੀਤੇ। ਕਹਿੰਦੇ ਕਹਿਬੇ ਕੋ ਸੋਭਾ ਨਹੀਂ, ਕਹਿਣ ਵਾਸਤੇ ਉਹਦੀ ਸੋਭਾ ਅੱਖਰ ਨਹੀਂ ਹੈਗੇ, ਦੇਖਾ ਹੀ ਪ੍ਰਵਾਨ। ਕਹਿੰਦੇ ਬਸ ਜਿਹਨੇ ਦੇਖ ਲਿਆ ਉਹੀ ਮੰਨੇਗਾ, ਉਦਾਂ ਸਮਝਾਉਣਾ ਔਖਾ। ਆਪੇ ਅਲਖ ਨਾ ਲਖੀਏ ਪਿਆਰਾ। ਕਹਿੰਦੇ ਤਾਂ ਉਹ ਲਖਣ ਤੋਂ ਰਹਿਤ ਹੈ ਮਨ ਬੁੱਧੀ ਕਰਕੇ। ਬਸ ਇਹ ਤੇ ਆਪਾਂ ਉਹਨਾਂ ਦੇ ਉਹਦੇ ਅਕਾਲ ਪੁਰਖ ਵਾਹਿਗੁਰੂ ਦੇ ਕੁਝ ਇੱਕ ਗੁਣਾਂ ਦਾ ਸਿਰਫ ਜ਼ਿਕਰ ਕਰਦੇ ਪਏ ਆ ਸਦੀਆਂ ਤੋਂ। ਉਹ ਵੀ ਉਹਨਾਂ ਗੁਣਾਂ ਦਾ ਜਿਹੜੇ ਆਪਾਂ ਦੇਖ ਲਏ। ਇਸ ਕਹਿੰਦੇ ਲਓ ਤੁਸੀਂ ਉਹਦੇ 1-2 ਗੁਣਾਂ ਦੀ ਵਿਆਖਿਆ ਕਰੀ ਚੱਲੋ, ਤੁਹਾਡਾ ਇੰਨੇ 'ਚ ਹੀ ਭਲਾ ਹੋ ਜਾਣਾ। ਸਾਰਿਆਂ ਨੂੰ ਤਾਂ ਤੁਸੀਂ ਜਾਣ ਨਹੀਂ ਸਕਦੇ, ਨਾ ਉਹ ਜਾਣਨਾ ਚਾਹੁੰਦਾ ਹੀ ਹੈ। ਆਪੇ ਅਲਖ ਨਾ ਲਖੀਏ ਪਿਆਰਾ, ਆਪ ਲਿਖਾਵੈ ਸੋਏ। ਕਹਿੰਦੇ ਆਪ ਕਿਸੇ ਨੂੰ ਆਪਣਾ ਸਰੂਪ ਉਹ ਜਣਾਵੇ ਉਹ ਜਾਣ ਸਕਦਾ, ਪਰ ਉਹ ਅੱਗਿਓਂ ਗਾਂ ਕਿਸੇ ਦੂਜੇ ਨੂੰ ਨਹੀਂ ਜਣਾ ਸਕਦਾ। ਆਪੇ ਗਹਿਰ ਗੰਭੀਰ ਹੈ ਪਿਆਰਾ। ਕਹਿੰਦੇ ਉਹ ਬਹੁਤ ਗਹਿਰ ਗੰਭੀਰ ਹੈ, ਜਿਸ ਦੀ ਥਾਂ ਹੀ ਨਹੀਂ ਕੋਈ ਹੈ ਹੀ ਨਹੀਂ ਆਪਣੀ ਪਕੜ ਉਹਦੇ ਤੱਕ। ਤਿਸ ਜੇ ਵਡਿਆਵਰ ਨਾ ਕੋਈ। ਕਹਿੰਦੇ ਉਸ ਵਰਗਾ ਹੋਰ ਕੋਈ ਨਹੀਂ ਹੁੰਦਾ ਗੁਰਮੁਖੋ। ਪਰਮਾਤਮਾ ਜਿੰਨਾ ਸਮਰੱਥ ਹੋਰ ਕੋਈ ਨਹੀਂ ਹੈ। ਸਭ ਘਟ ਆਪੇ ਭੋਗਵੈ ਪਿਆਰਾ, ਵਿੱਚ ਨਾਰੀ ਪੁਰਖ ਸਭ ਸੋਏ। ਕਹਿੰਦੇ ਸਾਰਿਆਂ ਹਿਰਦਿਆਂ 'ਚ ਆਪ ਬੈਠਾ, ਭਾਵੇਂ ਇਸਤਰੀਆਂ ਨੇ ਭਾਵੇਂ ਪੁਰਸ਼ ਨੇ, ਸਾਰਿਆਂ ਦੇ ਅੰਦਰ ਉਹ ਆਪ ਹੀ ਹੈ। ਫਿਰ ਸਾਰਿਆਂ ਦੇ ਕੋਈ ਗੁਰਮੁਖ ਹੈ, ਮਾਨਮੁਖ, ਕੋਈ ਪਾਪੀ, ਕੋਈ ਪੁੰਨੀ, ਕੋਈ ਚੰਗਾ, ਕੋਈ ਮਾੜਾ, ਕੋਈ ਕੁਝ
ਸੁਭਾਅ ਵਾਲਾ, ਸਾਰਿਆਂ ਵਿੱਚ ਬੈਠਾ, ਅਸਲ ਵਿੱਚ ਦੇਖਣ ਦਾ, ਸੁਣਨ ਦਾ, ਚੱਖਣ ਦਾ, ਇਹ ਸਾਰਾ ਆਨੰਦ ਉਹ ਆਪ ਹੀ ਲੈਂਦਾ ਪਿਆ। ਸਭ ਘਟ ਆਪੇ ਭੋਗਵੇ। ਭੋਗਵੇ ਦਾ ਅਰਥ ਹੁੰਦਾ ਉਹ ਦੇਖਣ ਦਾ ਵੀ ਆਨੰਦ ਲੈ ਰਿਹਾ ਸਾਰਿਆਂ ਦੇ। ਹੁਣ ਗੁਰਮੁਖ ਦੀ ਦੇਖਣੀ ਹੋਰ ਹੁੰਦੀ, ਮਨਮੁਖ ਦੀ ਦੇਖਣੀ ਹੋਰ ਹੁੰਦੀ, ਪਰ ਦੋਨਾਂ 'ਚ ਬੈਠਾ ਦੇਖ ਉਹੀ ਰਿਹਾ। ਇਸੇ ਕਰਕੇ ਬੁੱਧ ਹੈਰਾਨ ਹੁੰਦੀ ਵੀ ਸਾਰਿਆਂ ਦੀ ਦੇਖਣੀ ਤਾਂ ਇੱਕੋ ਜਿਹੀ ਨਹੀਂ, ਸਾਰਿਆਂ ਦਾ ਸੁਣਨਾ ਇੱਕੋ ਜਿਹਾ ਨਹੀਂ। ਕਿਸੇ ਨੇ ਢੋਲ ਢਮੱਕਾ ਸੁਣਨਾ, ਕਿਸੇ ਨੇ ਬਾਣੀ ਸੁਣਨੀ, ਕਿਸੇ ਨੇ ਭਲੇ ਬਚਨ ਸੁਣਨੇ ਤੇ ਕਿਸੇ ਨੇ ਕੁਝ ਹੋਰ ਹੀ ਸੁਣੀ ਜਾਣਾ। ਪਰ ਕਹਿੰਦੇ ਦੇਖ ਲਓ ਸਾਰਿਆਂ 'ਚ ਬੈਠਾ ਸੁਣ ਉਹੀ ਰਿਹਾ। ਸਭ ਘਟ ਆਪੇ ਭੋਗਵੈ ਪਿਆਰਾ, ਵਿੱਚ ਨਾਰੀ ਪੁਰਖ ਸਭ ਸੋਏ। ਕਹਿੰਦੇ ਸਾਰਿਆਂ 'ਚ ਉਹ, ਇਸਤਰੀਆਂ 'ਚ, ਪੁਰਸ਼ਾਂ 'ਚ। ਨਾਨਕ ਗੁਪਤ ਵਰਤਦਾ ਪਿਆਰਾ, ਕਹਿੰਦੇ ਬਸ ਹੈਗਾ ਗੁਪਤ ਹੈ। ਇੰਨਾ ਵਿਆਪਕ ਹੋਣ ਦੇ ਬਾਵਜੂਦ ਵੀ ਦਿਖਾਈ ਨਹੀਂ ਦਿੰਦਾ ਪਿਆ, ਗੁਪਤ ਹੈ। ਨਾਨਕ ਗੁਪਤ ਵਰਤਦਾ ਪਿਆਰਾ, ਗੁਰਮੁਖ ਪ੍ਰਗਟ ਹੋਏ। ਕਹਿੰਦੇ ਕੁਝ ਗੁਰਮੁਖ ਹੁੰਦੇ ਜਿਨ੍ਹਾਂ ਨੂੰ ਉਹ ਪ੍ਰਗਟ ਹੋ ਆਉਂਦਾ, ਜਿਹੜੇ ਪ੍ਰਗਟ ਕਰ ਲੈਂਦੇ। ਜਿਵੇਂ ਭਗਤ ਨਾਮਦੇਵ ਜੀ ਨੇ ਸਭ ਤੋਂ ਵੱਧ ਵਾਰ ਪ੍ਰਮਾਤਮਾ ਨੂੰ ਪ੍ਰਗਟ ਕੀਤਾ, ਭਗਤ ਧੰਨਾ ਜੀ ਨੇ ਵੀ ਪ੍ਰਗਟ ਕੀਤਾ, ਭਗਤ ਕਬੀਰ ਸਾਹਿਬ ਲਈ ਵੀ ਪ੍ਰਗਟ ਹੋਇਆ ਜਦੋਂ ਡੋਬ ਕੇ ਮਾਰਨ ਲੱਗੇ ਸੀ, ਭਗਤ ਸੈਣ ਜੀ ਲਈ ਵੀ ਪ੍ਰਗਟ ਹੋਇਆ। ਪਰ ਸਭ ਤੋਂ ਵੱਧ ਭਗਤ ਧੰਨਾ ਜੀ ਨੇ ਉਹਨੂੰ, ਭਗਤ ਨਾਮਦੇਵ ਜੀ ਨੇ ਉਹਨੂੰ ਪ੍ਰਗਟ ਕੀਤਾ ਸਭ ਤੋਂ ਵੱਧ ਵਾਰ। ਜਦੋਂ ਮਾੜੀ ਜੀ ਗੱਲ ਹੁੰਦੀ ਉਦੋਂ ਹੀ ਉਹ ਕਹਿ ਦਿੰਦੇ ਵੀ ਤੂੰ ਕਿੱਥੇ ਹੈ, ਉਦੋਂ ਹੀ ਉਹ ਪ੍ਰਗਟ ਹੁੰਦਾ ਤੇ ਗੱਲਾਂ ਪਤਾ ਕਰਨ ਲੱਗ ਪੈਂਦਾ। ਕਿਉਂਕਿ ਸਭ ਤੋਂ ਵੱਧ ਪ੍ਰਗਟ ਕਰਨ ਵਾਲੇ ਕੌਤਕ ਭਗਤ ਨਾਮਦੇਵ ਜੀ ਦੇ ਹੀ ਹੈ, ਜਿਹੜੇ ਮਹਾਰਾਜ ਜੀ ਨੇ ਵੀ ਲਿਖੇ ਤੇ ਭਾਈ ਗੁਰਦਾਸ ਜੀ ਨੇ ਵੀ ਲਿਖੇ। ਗਊ ਜਿਉਂਦੀ ਵੇਲੇ ਪ੍ਰਗਟ ਹੋਇਆ, ਛੱਪਰੀ ਬਣਾਈ ਵੇਲੇ ਪ੍ਰਗਟ ਹੋਇਆ, ਫਿਰ ਜਦੋਂ ਘੋੜੀ ਦੀ ਮੰਗ ਕੀਤੀ ਉਦੋਂ ਪ੍ਰਗਟ ਹੋਇਆ, ਜਦੋਂ ਮੰਦਿਰ ਫੇਰਿਆ ਉਦੋਂ ਪ੍ਰਗਟ ਹੋਇਆ। ਕਿੰਨੀ ਵਾਰ ਉਹ ਜਦੋਂ ਤਰਲੋਚਨ ਨੂੰ ਦਰਸ਼ਨ ਕਰਾਇਆ ਆਪਣੇ ਮਿੱਤਰ ਨੂੰ ਉਹਨਾਂ ਨੇ, ਭਗਤ ਨਾਮਦੇਵ ਜੀ ਨੇ, ਉਦੋਂ ਪ੍ਰਗਟ ਹੋਇਆ। ਗੁਰਮੁਖਾਂ ਨੂੰ ਮਹਾਰਾਜ ਚੌਥੇ ਪਾਤਸ਼ਾਹ ਕਹਿੰਦੇ ਉਵੇਂ ਉਹ ਗੁਪਤ ਵਰਤਦਾ। ਨਾਨਕ ਗੁਪਤ ਵਰਤਦਾ ਪਿਆਰਾ, ਗੁਰਮੁਖ ਪ੍ਰਗਟ ਹੋਏ, ਭਜ ਕੋਰ ਗੁਰਮੁਖ ਉਹਨੂੰ ਪ੍ਰਗਟ ਕਰ ਲੈਂਦੇ। ਜਦੋਂ ਪ੍ਰਗਟ ਕਰਦੇ ਫਿਰ ਉਦੋਂ ਦੇਖਦੇ ਵੀ ਆ, ਬਚਨ ਬਲਾਸ ਵੀ ਕਰਦੇ। ਉਸੇ ਨੂੰ ਭਾਈ ਗੁਰਦਾਸ ਜੀ ਨੇ ਲਿਖਿਆ ਨਾ ਵੀ ਜਦੋਂ ਭਗਤ ਧੰਨਾ ਜੀ ਨੇ ਪ੍ਰਗਟ ਕੀਤਾ, ਰੋਟੀ ਖਾਏ ਸ਼ਾਹੇ ਮੋਹਿ ਲਾਵੇ। ਕਹਿੰਦੇ ਸਾਹਮਣੇ ਬੈਠ ਕੇ ਰੋਟੀ ਖਾਧੀ ਤੇ ਲੱਸੀ ਪੀਤੀ, ਸ਼ਾਹ ਲੱਸੀ ਨੂੰ ਕਹਿੰਦੇ। ਉਹੀ ਭਗਤ ਧੰਨੇ ਨੇ ਆਖਿਆ ਸੀ ਛਕ ਤੂੰ। ਪ੍ਰਗਟ ਹੋ ਕੇ ਫਿਰ ਜਿਹਨੂੰ ਪੰਜਵੇਂ ਪਾਤਸ਼ਾਹ ਜੀ ਨੇ ਆਖਿਆ, ਇਹ ਬਿਦ ਸੁਣ ਕੇ ਜਾਟ ਰੋਠ ਭਗਤੀ ਲਾਗਾ, ਮਿਲੇ ਪ੍ਰਤੱਖ ਗੁਸਾਈਆਂ ਧੰਨਾ ਵਡ ਭਾਗਾ। ਪੰਜਵੇਂ ਪਾਤਸ਼ਾਹ ਕਹਿੰਦੇ ਪ੍ਰਤੱਖ ਮਿਲਿਆ ਫਿਰ ਗੁਸਾਈ। ਪ੍ਰਤੱਖ ਦਾ ਅਰਥ ਹੀ ਹੁੰਦਾ ਸਾਹਮਣੇ ਬੈਠੇ ਦਿਖਾਈ ਦੇਵੇ, ਗੱਲਾਂ ਬਾਤਾਂ ਕਰੇ, ਛਕੇ ਛਕਾਵੇ, ਉਹਦਾ ਅਰਥ ਪ੍ਰਤੱਖ ਹੈ। ਨਹੀਂ ਤਾਂ ਗੁਪਤ ਤਾਂ ਹੈਗਾ ਹੀ ਹੈਗਾ। ਨਾਨਕ ਗੁਪਤ ਵਰਤਦਾ ਪਿਆਰਾ, ਗੁਰਮੁਖ ਪ੍ਰਗਟ ਹੋਏ। ਸੋਠ ਮਹੱਲਾ ਚੌਥਾ। ਆਪੇ ਹੀ ਸਭ ਆਪ ਹੈ ਪਿਆਰਾ, ਆਪੇ ਥਾਪ ਉਹ ਥਾਪ ਹੈ। ਕਹਿੰਦੇ ਸਾਰੇ ਪਾਸੇ ਉਹ ਆਪ ਹੀ ਹੈ, ਆਪ ਪੈਦਾ ਕਰਦਾ, ਆਪੇ ਨਾਸ ਕਰਦਾ। ਥਾਪਣਾ ਹੁੰਦਾ ਪੈਦਾ ਕਰਨਾ, ਉਹ ਥਾਪਣਾ ਹੁੰਦਾ ਨਾਸ ਕਰਨਾ। ਜੀਵ ਆ ਰਹੇ ਨੇ, ਜੀਵ ਜਾ ਰਹੇ ਆ। ਸੰਸਾਰ ਤੇ ਬਹੁਤ ਕੁਝ ਬਣਦਾ ਪਿਆ, ਬਹੁਤ ਕੁਝ ਢਹਿੰਦਾ ਪਿਆ, ਬਹੁਤ ਕੁਝ। ਗੁਪਤ ਪ੍ਰਗਟ ਜੀਵ ਬਸ ਇਹ ਸਰਾਂ ਦੀ ਤਰ੍ਹਾਂ ਹੀ ਇੱਕ ਮੇਲਾ, ਆਈ ਜਾ ਰਹੇ ਨੇ, ਜਾਈ ਜਾ ਰਹੇ ਨੇ। ਆਪ ਬਣਾ ਰਿਹਾ, ਆਪ। ਉਹ ਕਹਿੰਦੇ ਇਦਾਂ ਦਾ ਕ੍ਰੀਏਟਰ ਰਿਹਾ ਉਹ, ਇਹ ਨਹੀਂ ਵੀ ਉਹਨੇ ਇੱਕੋ ਵਾਰ ਕੁਝ ਬਣਾ ਦਿੱਤਾ, ਇਦਾਂ ਨਹੀਂ। ਪਲ ਪਲ ਵਿੱਚ ਬਣਾਉਣ ਡਿਆ ਉਹ, ਹਰ ਸਮੇਂ ਦਾ ਕਰਤਾ। ਹਰ ਪਲ ਜੀਵ ਪੈਦਾ ਹੋ ਰਹੇ ਔਰ ਹਰ ਪਲ ਉਹ ਨਵੇਂ ਤੱਤ ਬਣਾ ਕੇ ਉਹਨਾਂ ਦਾ ਸਰੀਰ ਬਣਾ ਰਿਹਾ। ਕੁਝ ਜਾ ਰਹੇ ਨੇ, ਫਿਰ ਉਹ ਕੁਝ ਬਣਾ ਰਿਹਾ, ਕੁਝ ਡੱਠ ਰਿਹਾ, ਕੁਝ ਬਣ ਰਿਹਾ, ਕੁਝ ਡੱਠ ਰਿਹਾ। ਇਦਾਂ ਕਹਿੰਦੇ ਉਹ ਐਸਾ ਉਹ ਕ੍ਰੀਏਟ ਕਰੀ ਜਾਂਦਾ ਲਗਾਤਾਰ, ਕੰਟੀਨਿਊ। ਇੱਕੋ ਵਾਰ ਬਣਾ ਕੇ ਨਹੀਂ ਪਿੱਛੇ ਹੋ ਕੇ ਬਹਿ ਗਿਆ, ਬਣਾ ਰਿਹਾ ਹੱਲੇ ਵੀ। ਆਪੇ ਹੀ ਸਭ ਆਪ ਹੈ ਪਿਆਰਾ, ਆਪੇ ਥਾਪ ਉਹ ਥਾਪ ਹੈ, ਆਪੇ ਵੇਖ ਵਿਕਸਦਾ ਪਿਆਰਾ। ਕਹਿੰਦੇ ਫਿਰ ਦੇਖ ਦੇਖ ਕੇ ਆਪਣੀ ਖੇਡ ਨੂੰ ਆਪੇ ਖੁਸ਼ ਹੋ ਜਾਂਦਾ, ਆਪਣੀ ਖੇਡ ਨੂੰ ਦੇਖ ਕੇ ਆਪੇ ਪ੍ਰਸੰਨ ਹੋ ਰਿਹਾ। ਕਰ ਚੋਜ ਵੇਖਿਆ ਪ੍ਰਭ ਆਪੇ। ਕਹਿੰਦੇ ਆਪਣੀ ਚੋਜ ਕਰ ਕਰਕੇ ਆਪੇ ਵੇਖਦਾ, ਆਪੇ ਹੀ ਖੁਸ਼ ਹੋ ਰਿਹਾ, ਆਪੇ ਹੀ ਪ੍ਰਸੰਨ ਹੋ ਰਿਹਾ। ਆਪੇ ਵਣ ਤਿਣ ਸ਼ਬਦ ਹੈ ਪਿਆਰਾ। ਕਹਿੰਦੇ ਸਭ ਕੱਖਾਂ
ਬਨਾਸਪਤੀ 'ਚ, ਜੰਗਲਾਂ 'ਚ, ਵੇਲਾਂ ਬੂਟਿਆਂ 'ਚ, ਸਭ 'ਚ ਆਪ ਹੀ ਹੈ। ਆਪੇ ਵਣ ਤਿਣ, ਤਿਣ ਕੱਖ ਹੁੰਦੇ, ਵਣ ਜੰਗਲ ਬਨਾਸਪਤੀ, ਜੋ ਕੁਝ ਬੂਟੇ ਦਿਸਦੇ ਆਪਾਂ ਨੂੰ, ਦਰਖਤ, ਆਪੇ ਵਣ ਤਿਣ ਸ਼ਬਦ ਹੈ ਪਿਆਰਾ, ਆਪੇ ਗੁਰਮੁਖ ਜਾਪੇ। ਕਹਿੰਦੇ ਆਪ ਹੀ ਅਸਲ ਵਿੱਚ ਉਹ ਆਪਣੇ ਆਪ ਨੂੰ ਜਪ ਰਿਹਾ, ਜਿਗਿਆਸੂਆਂ ਦੇ ਹਿਰਦੇ 'ਚ ਬੈਠਾ। ਆਪਣਾ ਜਾਪ ਆਪੇ ਜਪ ਰਿਹਾ, ਕਿਉਂਕਿ ਜਿਗਿਆਸੂਆਂ 'ਚ ਵੀ ਉਹੀ ਬੈਠਾ, ਜਪਣ ਵਾਲਿਆਂ 'ਚ। ਜਾਪਮਾਨ ਹਰ ਹਰ ਨਾਮ ਰਸ ਧਰਾਪੈ। ਕਹਿੰਦੇ ਮਨਾ ਇੰਨੇ ਪ੍ਰਮਾਣ ਤੈਨੂੰ ਦਿੱਤੇ ਨੇ, ਤੂੰ ਵੀ ਜਪਿਆ ਕਰ ਤੇ ਤੂੰ ਆਨੰਦ ਲੈ ਉਸ ਨਾਮ ਰਸ ਨੂੰ ਲੈ ਕੇ, ਤੇਰਾ ਰੱਜ ਆ ਜਾਏਗਾ ਤੈਨੂੰ। ਜਪਮਨ ਹਰ ਹਰ ਨਾਮ ਰਸ ਧਰਾਪੈ, ਧਰਾਪੈ ਹੁੰਦਾ ਰੱਜਣਾ। ਕਹਿੰਦੇ ਤੂੰ ਵੀ ਜਪ ਕੇ ਦੇਖ। ਅੰਮ੍ਰਿਤ ਨਾਮ ਮਹਾਰਸ ਮੀਠਾ। ਕਹਿੰਦੇ ਅੰਮ੍ਰਿਤ ਨਾਮ ਤੇ ਬਹੁਤ ਮਿੱਠਾ ਹੈ, ਨਾਮ ਰਸ ਬਹੁਤ ਮਿੱਠਾ। ਗੁਰ ਸ਼ਬਦੀ ਚੱਖ ਜਾਪੈ। ਕਿਵੇਂ ਚੱਖੀਏ ਜੀ? ਕਹਿੰਦੇ ਗੁਰੂ ਦੇ ਸ਼ਬਦ ਦੁਆਰਾ। ਸ਼ਬਦ ਦਾ ਅਭਿਆਸ ਕਰੇਗਾ ਤੈਨੂੰ ਫਿਰ ਉਹ ਮਿੱਠਾ ਲੱਗਣ ਲੱਗ ਪਏਗਾ। ਅੱਗੇ ਵੀ ਆਪਾਂ ਵਿਚਾਰ ਕੀਤੀ ਵੀ ਪਹਿਲਾਂ ਮਿੱਠਾ ਨਹੀਂ ਲੱਗਦਾ ਹੁੰਦਾ, ਬਾਅਦ 'ਚ ਹੌਲੀ ਹੌਲੀ ਲੱਗਣ ਲੱਗ ਪੈਂਦਾ। ਬਹੁਤ ਸਾਰੀਆਂ ਵਸਤੂਆਂ ਜਿਹੜੀਆਂ ਪਹਿਲਾਂ ਆਪਾਂ ਨੂੰ ਬੇਸਵਾਦੀਆਂ ਲੱਗਦੀਆਂ, ਬਾਅਦ 'ਚ ਹੌਲੀ ਹੌਲੀ ਬੰਦਾ ਜੂਟੂ ਹੋ ਜਾਂਦਾ। ਜਿਵੇਂ ਇੱਥੋਂ ਦੇ ਬੱਚੇ ਆਪਾਂ ਕਹਿ ਲਈਏ ਤੇ ਆਹ ਬਾਕੀ ਆ ਜੰਕ ਫੂਡ ਜਾਂ ਦੂਜੀਆਂ ਤੀਜੀਆਂ ਚੀਜ਼ਾਂ ਇਹ ਜ਼ਿਆਦਾ ਪਸੰਦ ਕਰਦੇ, ਇਹਨਾਂ ਨੂੰ ਪ੍ਰਸ਼ਾਦਾ ਦੇਈਏ। ਮੈਂ ਵੈਨਕੂਵਰ ਸਾਂ ਇੱਕ ਵਾਰੀ, ਤਾਂ ਉਹ ਬੱਚੇ ਰੋਈ ਜਾਣ। ਮੈਂ ਕਿਸੇ ਗੁਰਮੁਖ ਦੇ ਘਰੇ ਗਿਆ, ਮੈਂ ਪੁੱਛਿਆ ਬੱਚੇ ਕਿਉਂ ਰੋਂਦੇ? ਕਹਿੰਦੇ ਕੋਈ ਨਹੀਂ, ਉੱਦਾਂ ਹੀ ਇੱਦਾਂ ਹੀ ਕਰਦੇ। ਮੈਂ ਕਿਹਾ ਨਹੀਂ ਕੋਈ ਗੱਲ ਹੋਣੀ ਵੀ ਕਾਹਤੇ ਰੋਂਦੇ? ਕਹਿੰਦੇ ਅੱਜ ਇਹਨਾਂ ਨੂੰ ਰੋਟੀ ਖਾਣੀ ਪੈਣੀ, ਪ੍ਰਸ਼ਾਦਾ ਤਿਆਰ ਕੀਤਾ ਤੇ ਕਹਿੰਦੇ ਅਸੀਂ ਖਾਣਾ ਨਹੀਂ। ਤੇ ਮੈਂ ਕਿਹਾ ਵੀ ਤੁਹਾਨੂੰ ਖਾਣਾ ਪੈਣਾ, ਬਸ ਇੰਨੀ ਗੱਲ ਹੈ ਵੀ ਕਦੀ ਕਦੀ ਲੰਗਰ ਇਹਨਾਂ ਨੂੰ ਧੱਕੇ ਨਾਲ ਛਕਾਉਂਦੇ ਆ ਅਸੀਂ, ਪ੍ਰਸ਼ਾਦਾ ਉਹ ਇਹ ਪਸੰਦ ਨਹੀਂ ਕਰਦੇ। ਹਰ ਇੱਕ ਨੂੰ ਹਰ ਚੀਜ਼ ਪਹਿਲਾਂ ਨਹੀਂ ਪਸੰਦ ਹੁੰਦੀ। ਜਿਹੜੇ ਆਪਾਂ ਉੱਥੋਂ ਆਉਂਦੇ ਆਪਾਂ ਨੂੰ ਪਹਿਲਾਂ, ਚਲੋ ਇਹ ਗੱਲ ਹੈ ਤਾਂ ਨਹੀਂ ਵੀ ਬਾਹਰ ਚੱਲ ਜਾਂਦੀ ਗੱਲ, ਆਪਾਂ ਸ਼ਬਦ 'ਚ ਰਹਿਣਾ ਹੁੰਦਾ। ਪਰ ਆਪਾਂ ਜਦੋਂ ਨਵੇਂ ਨਵੇਂ ਆਉਂਦੇ ਆਪਾਂ ਨੂੰ ਪੀਜ਼ਾ ਚੰਗਾ ਨਹੀਂ ਲੱਗਦਾ। ਵੀ ਪਹਿਲਾਂ ਹੈਰਾਨੀ ਜਿਹੀ ਹੁੰਦੀ ਵੀ ਤੁਸੀਂ ਇਹੋ ਜਿਹੀ ਸਬਜ਼ੀ ਦੇਣੀ ਆ ਤੇ ਤੁਸੀਂ ਇਹਦੇ ਤੇ ਪਾ ਕੇ ਕਿਉਂ ਦਿੱਤੀ ਆ? ਵੱਖਰੀ ਸਬਜ਼ੀ ਤੇ ਵੱਖਰਾ ਪ੍ਰਸ਼ਾਦਾ ਦਿਓ। ਉਹ ਮੁੜ ਕੇ ਗਿੱਝ ਜਾਂਦੇ ਹੌਲੀ ਹੌਲੀ ਸਾਰੇ, ਫਰਕ ਪੈ ਜਾਂਦਾ ਨਾ। ਬਸ ਉਹੀ ਕਹਿੰਦੇ ਨੇ, ਬਸ ਅੰਮ੍ਰਿਤ ਨਾਮ ਮਹਾਰਸ ਮੀਠਾ। ਕਹਿੰਦੇ ਵੀ ਬਹੁਤ ਮਿੱਠਾ, ਪਰ ਪਹਿਲਾਂ ਨਹੀਂ ਲੱਗਣਾ ਮਿੱਠਾ, ਸ਼ੁਰੂ ਸ਼ੁਰੂ 'ਚ ਨਹੀਂ, ਫਿਰ ਮਿੱਠਾ ਲੱਗਣ ਲੱਗ ਪੈਂਦਾ। ਜਿਵੇਂ ਗਿੱਝ ਜਾਂਦਾ ਬੰਦਾ ਨਾ, ਜਿਹੜੀ ਚੀਜ਼ ਆਪਾਂ ਪਹਿਲਾਂ ਕਦੇ ਨਹੀਂ ਖਾਧੀ, ਨਹੀਂ ਚੰਗੀ ਲੱਗਦੀ, ਫਿਰ ਹੌਲੀ ਹੌਲੀ ਖਾਣ ਲੱਗ ਪੈਂਦਾ ਬੰਦਾ, ਫਿਰ ਚੰਗੀ ਲੱਗਣ ਲੱਗ ਪੈਂਦੀ ਉਹ। ਇਵੇਂ ਹੀ ਮਹਾਰਾਜ ਚੌਥੇ ਪਾਤਸ਼ਾਹ ਕਹਿੰਦੇ ਨਾਮ ਰਸ ਮਿੱਠਾ ਤਾਂ ਬਹੁਤ ਹੈ, ਗੁਰੂ ਦੇ ਸ਼ਬਦ ਦੇ ਅਭਿਆਸ ਦੁਆਰਾ। ਗੁਰ ਸ਼ਬਦੀ ਚੱਖ ਜਾਪੈ। ਜਾਪੇ ਦਾ ਹੁੰਦਾ ਜਾਣ ਲੈਣਾ। ਕਹਿੰਦੇ ਤੂੰ ਗੁਰੂ ਦੇ ਸ਼ਬਦ ਦੁਆਰਾ ਚੱਖੇਗਾ, ਫਿਰ ਜਾਣ ਜਾਵੇਂਗਾ ਵੀ ਵਾਕਈ ਇਹ ਤੇ ਬੜਾ ਰਸਦਾਇਕ ਹੈ, ਬਹੁਤ ਮਿੱਠਾ ਹੈ ਤਾਂ। ਕਿਉਂਕਿ ਮਹਾਰਾਜ ਦੇ ਬਚਨ ਹੈ, ਹਰ ਬਿਨ ਕਛੂ ਨਾ ਲਾਗਈ ਭਗਤਨ ਕੋ ਮਿੱਠਾ। ਫਰੀਦ ਸਾਹਿਬ ਕਹਿੰਦੇ ਨੇ, ਫਰੀਦਾ ਸ਼ੱਕਰ ਖੰਡ ਨਵਾਤ ਗੁੜ ਮਾਖਿਓ ਮਾਂਝਾ ਦੁੱਧ, ਸਭੇ ਵਸਤੂ ਮਿੱਠੀਆਂ ਰੱਬ ਨਾ ਪੁੱਜਣ ਤੁਧ। ਕਹਿੰਦੇ ਕਿੰਨੀਆਂ ਮਿੱਠੀਆਂ ਚੀਜ਼ਾਂ ਨੇ, ਸ਼ੱਕਰ ਖੰਡ ਨਵਾਤ, ਮਿਸ਼ਰੀ ਨੂੰ ਕਹਿੰਦੇ। ਸ਼ੱਕਰ ਖੰਡ ਨਵਾਤ ਗੁੜ, ਗੁੜ ਵੀ ਮਿੱਠਾ, ਮਿਸ਼ਰੀ ਮਿੱਠੀ, ਸ਼ੱਕਰ ਮਿੱਠੀ, ਖੰਡ ਮਿੱਠੀ, ਮਾਖਿਓ ਸ਼ਹਿਦ। ਬਾਬਾ ਫਰੀਦ ਜੀ ਕਹਿੰਦੇ ਇਹ ਸਾਰਾ ਕੁਝ ਮਿੱਠਾ ਹੀ ਆ ਨਾ, ਪਰ ਇਹ ਸਾਰੇ ਮਿੱਠੇ ਇੱਕੋ ਥਾਂ ਤੇ ਕਰ ਦਿਓ ਤੇ ਪ੍ਰਮਾਤਮਾ ਦੇ ਨਾਮ ਰਸ ਦੇ ਇੱਕ ਕਿਣਕੇ ਦੀ ਬਰਾਬਰ ਵੀ ਨਹੀਂ ਪੁੱਜਦੇ। ਉਹ ਇੰਨਾ ਰਸਦਾ ਹੈ ਕਿ ਇੰਨਾ ਮਿੱਠਾ। ਇਹ ਬਾਬਾ ਫਰੀਦ ਜੀ ਕਹਿੰਦੇ, ਕਿਉਂ? ਕਿਉਂਕਿ ਉਹਨਾਂ ਨੇ ਚੱਖ ਕੇ ਦੇਖ ਲਿਆ। ਤੇ ਜਿੰਨਾ ਆਪਾਂ ਨੂੰ ਕਿਉਂ ਨਹੀਂ ਆਨੰਦ ਆਉਂਦਾ ਜੀ? ਜੇ ਇੰਨਾ ਹੀ ਨਾਮ ਰਸ ਮਿੱਠਾ ਹੈ, ਆਪਾਂ ਨੂੰ ਤਾਂ ਨਹੀਂ ਚੰਗਾ ਲੱਗਦਾ। ਕਿਉਂ? ਕਿਉਂਕਿ ਆਪਣਾ ਰਸ ਚੱਖਣ ਵਾਲਾ ਜੇ ਕੰਮ ਹੀ ਕਮਜ਼ੋਰ ਹੈ। ਪਰ ਮਹਾਰਾਜ ਨੇ ਮੋਹਰ ਲਾਤੀ, ਕਹਿੰਦੇ ਅੰਮ੍ਰਿਤ ਨਾਮ ਮਹਾਰਸ ਮੀਠਾ, ਗੁਰ ਸ਼ਬਦੀ ਚੱਖ ਜਾਪਿਆ। ਕਹਿੰਦੇ ਬਹੁਤ ਮਿੱਠਾ, ਗੁਰੂ ਸ਼ਬਦ ਦੇ ਅਭਿਆਸ ਦੁਆਰਾ ਤੂੰ ਚੱਖ ਕੇ ਦੇਖ, ਤੈਨੂੰ ਪਤਾ ਲੱਗੇਗਾ। ਅਭਿਆਸ ਦਾ ਮਤਲਬ ਹੁੰਦਾ ਗੁਰ ਸ਼ਬਦ ਦਾ ਵਾਰ-ਵਾਰ ਪੜ੍ਹਨਾ। ਅਭਿਆਸ ਉਹਨੂੰ ਕਹਿੰਦੇ ਜਿਹੜੀ ਚੀਜ਼ ਵਾਰ-ਵਾਰ ਕਰੀਏ। ਕੋਈ ਵੀ ਕਾਰਜ ਆਪਾਂ ਪਹਿਲੀ ਵਾਰ ਕਰੀਏ ਤੇ ਉਹਨੂੰ ਚਿਰ ਲੱਗਣਾ, ਫਿਰ ਜਦੋਂ ਅਭਿਆਸ ਹੋ ਜਾਂਦਾ ਉਹ ਛੇਤੀ ਹੋ ਜਾਂਦੀ, ਹੱਥੀ ਚੜ ਜਾਂਦਾ। ਫਿਰ ਉਹ ਅਭਿਆਸ ਦਾ ਮਤਲਬ ਹੁੰਦਾ ਵੀ ਇਹ ਪਕਾ ਲਿਆ ਇਹਨਾਂ ਨੇ ਘੜੀ ਮੁੜੀ ਕਰ ਕਰਕੇ। ਸ਼ਬਦ ਦਾ ਅਭਿਆਸ ਦਾ ਮਤਲਬ ਹੁੰਦਾ ਵਾਰ-ਵਾਰ ਜਪੀ ਜਾਣਾ, ਜਪੀ ਜਾਣਾ। ਕਹਿੰਦੇ ਉਹ ਅਭਿਆਸ ਕਰੇਗਾ ਫਿਰ ਮਿੱਠਾ ਲੱਗਣ ਲੱਗ ਪਏਗਾ। ਰਹਾਉ ਵਿਸਰਾਮ ਦੇ ਕੇ ਗੁਰੂ ਰਾਮਦਾਸ ਮਹਾਰਾਜ ਕਿਰਪਾ ਕਰਦੇ, ਆਪੇ ਤੀਰਥ ਤੁਲਹੜਾ ਪਿਆਰਾ।
ਕਹਿੰਦੇ ਉਹ ਤੀਰਥ ਵੀ ਆਪ ਹੀ ਜੇ, ਤੇ ਤੀਰਥਾਂ ਦੇ ਉੱਪਰ ਜਲ ਹੁੰਦਾ ਨਾ, ਜਲ ਤੋਂ ਪਾਰ ਕਰਨ ਵਾਲਾ ਜਿਹੜਾ ਤੁਲਹਾ ਹੁੰਦਾ ਉਹ ਵੀ ਅਕਾਲ ਪੁਰਖ ਵਾਹਿਗੁਰੂ ਆਪ ਹੀ ਹੈ। ਆਪ ਤਰੇ ਪ੍ਰਭ ਆਪੇ, ਕਹਿੰਦੇ ਉੱਤੇ ਚੜ ਕੇ ਤਾਰਨ ਵਾਲਾ, ਪਾਰ ਜਾਣ ਵਾਲਾ ਵੀ ਉਹ ਆਪ ਹੀ ਹੈ, ਤੇ ਪਾਰ ਕਰਨ ਵਾਲਾ ਵੀ ਆਪ ਹੀ ਹੈ। ਆਪੇ ਜਾਲ ਬਤਾਏਂਦਾ ਪਿਆਰਾ, ਕਹਿੰਦੇ ਆਪ ਹੀ ਉਹਨੇ ਜਾਲ ਬਣਾਇਆ। ਦੇਖੋ ਵਿੱਚ ਜੱਗ ਮਛਲੀ ਹਰ ਆਪੇ, ਜਿਵੇਂ ਜਾਲ 'ਚ ਮੱਛੀ ਫਸਦੀ, ਵਿੱਚ ਜੱਗ ਮਛਲੀ, ਕਹਿੰਦੇ ਜਗਤ ਦੇ ਜੀਵ ਮੱਛੀ ਦੀ ਤਰ੍ਹਾਂ ਹੈ। ਮਾਇਆ ਦਾ ਜਾਲ ਵੀ ਉਹਨੇ ਆਪ ਬਣਾਇਆ, ਤੇ ਇਹਦੇ 'ਚ ਜੀਵਾਂ ਨੂੰ ਫਸਾਉਣ ਵਾਲਾ ਵੀ ਉਹ ਆਪ ਹੀ ਹੈ, ਕਿਉਂਕਿ ਸਾਰੀ ਖੇਡ ਆਪ ਹੀ ਬਣਾਈ ਨਾ। ਹੁਣ ਆਪਾਂ ਕਹਿੰਦੇ ਜੀ ਮਹਾਰਾਜ ਦੇ ਬਚਨ ਨੇ ਭਈ ਤੁਸੀਂ ਇਹਨਾਂ ਪੰਜਾਂ ਤੋਂ ਬਚ ਕੇ ਰਹੋ। ਦਇਆਲਨ ਸਰਬੱਤਰ ਜੀ ਆ ਪੰਜ ਦੋਖ ਵਿਵਰਜਿਤ ਹੈ, ਪਰ ਇਹ ਪੰਜ ਬਣਾਏ ਕਿਹਨੇ? ਇਹ ਵੀ ਅਕਾਲ ਪੁਰਖ ਵਾਹਿਗੁਰੂ ਨੇ ਬਣਾਏ। ਗੁਰੂ ਸਾਹਿਬ ਦਾ ਬਚਨ ਕਹਿੰਦੇ ਕੁਰਬਾਨ ਕੀਤਾ ਤਿਸੈ ਵਿਟੋ ਜਨ ਮੋਹ ਮਿੱਠਾ ਲਾਇਆ। ਕਹਿੰਦੇ ਮੈਂ ਉਸ ਰੱਬ ਤੋਂ ਕੁਰਬਾਨ ਜਾਣਾ ਜਿਹਨੇ ਇੰਨਾ ਮਿੱਠਾ ਮੋਹ ਬਣਾ ਦਿੱਤਾ। ਹੁਣ ਉਵੇਂ ਕਹਿੰਦੇ ਮੋਹ ਤੋਂ ਬਚਣਾ, ਪਰ ਇੱਥੇ ਕਹਿੰਦੇ ਵੀ ਜੇ ਇੰਨਾ ਮਿੱਠਾ ਮੋਹ ਨਾ ਬਣਾਇਆ ਹੁੰਦਾ ਤੇ ਸੰਸਾਰ ਚੱਲਦਾ ਹੀ ਨਾ। ਇਸ ਮੋਹ ਕਰਕੇ ਪਸ਼ੂ ਆਪਣੇ ਬੱਚਿਆਂ ਨੂੰ ਪਾਲ ਲੈਂਦੇ ਆ, ਪੰਛੀ ਆਪਣੇ ਬੱਚਿਆਂ ਨੂੰ ਪਾਲ ਲੈਂਦੇ ਆ, ਮਨੁੱਖ ਆਪਣੇ ਬੱਚਿਆਂ ਨੂੰ ਪਾਲ ਲੈਂਦਾ, ਸੰਸਾਰ ਚੱਲੀ ਜਾਂਦਾ। ਨਹੀਂ ਤੇ ਕਦੇ ਚਲੋ ਮੰਨ ਲਓ ਬੰਦੇ ਨੂੰ ਤਾਂ ਸਿਖਾ ਦਿਆਂਗੇ, ਕੋਰਸ ਕਰਾ ਦੇ ਵੀ ਇਹ ਤੇਰਾ ਬੱਚਾ ਭਾਈ ਨਾ ਵੀ ਮੋਹ ਹੋਵੇ ਤੇ ਉਦਾਂ ਦਇਆ ਕਰਕੇ ਪਾਲ ਲਾ, ਤੂੰ ਕਿਰਪਾਲੂ ਹੋ ਕੇ ਪਾਲ ਦੇ। ਕਿਸੇ ਦਾ ਬੱਚਾ ਪਾਲ ਹੀ ਦਿੰਦਾ ਬੰਦਾ, ਪਰ ਪੰਛੀ ਨੂੰ ਕਿਹੜਾ ਕੋਰਸ ਕਰਾਉਂਦਾ ਕੋਈ? ਦੱਸੋ ਕਿੱਥੋਂ ਚੋਗਾ ਲਿਆ ਕੇ ਬੱਚੇ ਦੇ ਮੂੰਹ 'ਚ ਪਾਉਂਦੇ? ਉਹ ਵੰਡ ਵੰਡ ਕੇ ਪਾਉਂਦੇ। ਜੇ 5 ਬੱਚੇ ਤੇ ਉਹਦੇ 'ਚ ਵੀ ਉਹਦੇ ਦੂਜੇ ਤੀਜੇ ਸਾਰਿਆਂ ਦੇ। ਇਹ ਕਿਹਨੇ ਬਣਾਇਆ? ਉਹਨਾਂ ਨੂੰ ਕਿਹਨੇ ਸਿਖਾਇਆ? ਉਹ ਤੇ ਕਿਸੇ ਕਾਲਜ ਨਹੀਂ ਗਏ। ਇਸ ਲਈ ਕਹਿੰਦੇ ਕੁਰਬਾਨ ਕੀਤਾ ਤਿਸੈ ਵਿਠੋ ਜਨ ਮੋਹ ਮਿੱਠਾ। ਕਹਿੰਦੇ ਕਮਾਲ ਹੈ ਤੇਰੇ ਮੋਹ ਤੋਂ ਵੀ ਅਸੀਂ ਸਦਕੇ ਹੀ ਤੇਰੇ ਤੋਂ ਜਾਣੇ ਵੀ ਕਮਾਲ ਦੀ ਚੀਜ਼ ਬਣਾਤੀ ਤੂੰ, ਤਾਂ ਦੁਨੀਆ ਚੱਲ ਰਹੀ। ਇਸ ਲਈ ਕਹਿੰਦੇ ਸਾਰਾ ਹੀ ਉਹਨੇ ਹੀ ਬਣਾਇਆ ਗੁਰਮੁਖੋ। ਉਹ ਆਪ ਹੀ ਤੀਰਥ ਹੈ, ਆਪ ਹੀ ਤੁਲੜਾ ਹੈ, ਆਪ ਹੀ ਪਾਰ ਜਾਣ ਵਾਲਾ, ਆਪੇ ਪਾਰ ਲਾਉਣ ਵਾਲਾ। ਆਪੇ ਤੀਰਥ ਤੁਲੜਾ ਪਿਆਰਾ, ਆਪ ਤਰੇ ਪ੍ਰਭ ਆਪੇ, ਆਪੇ ਜਾਲ ਵਤਾਏਂਦਾ ਪਿਆਰਾ। ਸਭ ਜੱਗ ਮਛਲੀ ਹਰ ਆਪੇ, ਕਹਿੰਦੇ ਉਹਨੇ ਜਾਲ ਵੀ ਆਪ ਹੀ ਪਸਾਰਿਆ ਤੇ ਇਸ ਜੱਗ ਨੂੰ ਮੱਛੀ ਦੀ ਤਰ੍ਹਾਂ ਫਸਾਇਆ ਵੀ ਵਿੱਚ ਆਪ ਹੀ ਹੈ। ਆਪ ਅਭੁੱਲ ਨਾ ਭੁੱਲੇ ਹੀ ਪਿਆਰਾ। ਹੁਣ ਇਹ ਨੁਕਤਾ ਦੱਸਿਆ, ਕਹਿੰਦੇ ਇਹ ਨਾ ਕੋਈ ਸਮਝ ਲੈ ਵੀ ਉਹਦੇ ਕੋਲ ਭੁੱਲ ਹੋ ਗਈ ਵੀ ਆਪੇ ਜਾਲ ਬਣਾ ਕੇ ਆਪੇ ਜੀਵ ਫਸਾਏ, ਆਪੇ ਵਿੱਚੋਂ ਕੱਢ ਲੈਂਦਾ। ਇਹ ਕੀ ਗੱਲ ਹੋਈ ਵੀ ਕਿਤੇ ਭੁਲੇਖੇ ਨਾਲ ਤਾਂ ਨਹੀਂ ਏਦਾਂ ਹੋ ਗਿਆ? ਨਹੀਂ, ਚੌਥੇ ਪਾਤਸ਼ਾਹ ਕਹਿੰਦੇ ਉਹਨੇ ਕੋਈ ਭੁੱਲ ਨਹੀਂ ਕੀਤੀ ਗੁਰਮੁਖੋ, ਉਹਦੇ ਕੋਲੋਂ ਭੁੱਲ ਹੁੰਦੀ ਨਹੀਂ। ਆਪ ਅਭੁੱਲ ਨਾ ਭੁੱਲੇ ਹੀ ਪਿਆਰਾ, ਕਹਿੰਦੇ ਉਹ ਨਹੀਂ ਭੁੱਲਦਾ। ਅਵਰ ਨਾ ਦੂਜਾ ਜਾਪੇ, ਉਹਦੇ ਵਰਗਾ ਕੋਈ ਦੂਜਾ ਹੈ ਹੀ ਨਹੀਂ। ਉਹ ਇੰਨਾ ਸਮਰੱਥ ਹੈ, ਕੋਈ ਭੁੱਲ ਤੇ ਗਲਤੀ ਨਹੀਂ ਕੀਤੀ ਉਹਨੇ, ਸਭ ਕੁਝ ਐ ਮਿੱਥ ਕੇ ਬਣਾਇਆ ਹੋਇਆ। ਆਪੇ ਸਿੰਘੀ ਨਾਦ ਹੈ ਪਿਆਰਾ, ਕਹਿੰਦੇ ਆਪ ਹੀ ਉਹ ਜੋਗੀਆਂ ਦੇ ਹੱਥ 'ਚ ਪੜੀ ਸਿੰਘੀ, ਤੇ ਆਪ ਹੀ ਉਸ ਸਿੰਘੀ ਵਿੱਚੋਂ ਨਿਕਲਣ ਵਾਲੀ ਆਵਾਜ਼ ਧੁਨ ਆਪ ਵਜਾਏ ਆਪੇ, ਕਹਿੰਦੇ ਆਪ ਹੀ ਵਜਾਉਂਦਾ ਤੇ ਆਪ ਹੀ ਉਹਦੇ ਵਿੱਚੋਂ ਸ਼ਬਦ ਪੈਦਾ ਕਰਦਾ ਧੁਨੀ। ਆਪੇ ਜੋਗੀ ਪੁਰਖ ਹੈ, ਕਹਿੰਦੇ ਜੋਗੀ ਵੀ ਆਪ ਹੀ ਜਿਹਦੇ ਹੱਥ 'ਚ ਸਿੰਘੀ ਫੜੀ ਹੈ, ਆਪ ਹੀ ਉਹ ਜੋਗੀ ਹੈ, ਆਪ ਹੀ ਉਹਦੇ ਹੱਥ ਵਾਲੀ ਸਿੰਘੀ ਹੈ, ਆਪ ਹੀ ਉਹਦੇ ਵਿੱਚ ਫੂਕ ਮਾਰਨ ਵਾਲਾ, ਆਪ ਹੀ ਉਹਦੇ 'ਚੋਂ ਨਿਕਲਣ ਵਾਲੀ ਧੁਨੀ ਵੀ ਉਹ ਆਪ ਹੀ ਹੈ। ਕਿਆ ਕਮਾਲ ਦੀ ਗੱਲ ਚੌਥੇ ਪਾਤਸ਼ਾਹ ਜੀ ਦੇ ਬਚਨ। ਆਪੇ ਜੋਗੀ ਪੁਰਖ ਹੈ ਪਿਆਰਾ, ਆਪੇ ਹੀ ਤਪ ਤਪ ਹੈ, ਕਹਿੰਦੇ ਤਪਸਵੀਆਂ 'ਚ ਬੈਠਾ ਤਾਪ ਵੀ ਉਹ ਆਪ ਹੀ ਤਪ ਰਿਹਾ, ਆਪ ਹੀ ਤਪਾ ਰਿਹਾ। ਆਪੇ ਸਤਿਗੁਰ ਆਪ ਹੈ ਚੇਲਾ, ਕਹਿੰਦੇ ਆਪ ਹੀ ਗੁਰੂ ਆਪ ਹੀ ਚੇਲਾ। ਤਾਂ ਹੀ ਦਸਵੇਂ ਪਾਤਸ਼ਾਹ ਜੀ ਨੇ ਆਖਿਆ ਸੀ ਨਾ, ਭਾਈ ਨੰਦ ਲਾਲ ਜੀ ਨੇ ਆਖਿਆ ਤਾਂ ਅਸੀਂ ਉਹਨਾਂ ਤੋਂ ਸਦਕੇ ਜਾਣੇ ਵੀ ਉਹ ਆਪੇ ਗੁਰ ਚੇਲਾ। ਗੁਰੂ ਵੀ ਆਪ ਹੈ, ਚੇਲੇ ਵਿੱਚ ਵੀ ਅਸਲ 'ਚ ਉਹ ਆਪ ਹੀ ਹੈ। ਆਪੇ ਸਤਿਗੁਰ ਆਪ ਹੈ ਚੇਲਾ, ਉਪਦੇਸ਼ ਕਰੇ ਪ੍ਰਭ ਆਪੇ, ਕਹਿੰਦੇ ਆਪ ਹੀ ਆਪਣੇ ਆਪ ਨੂੰ ਉਪਦੇਸ਼ ਦੇ ਰਿਹਾ ਗੁਰਮੁਖੋ। ਉਪਦੇਸ਼ ਵੀ ਉਹ ਆਪ ਹੀ ਕਰਦਾ ਪਿਆ, ਤੇ ਉਪਦੇਸ਼ ਸੁਣ ਵੀ ਉਹ ਆਪ, ਕਿਉਂਕਿ ਬੋਲਣ ਵਾਲੇ 'ਚ ਉਪਦੇਸ਼ ਦੇਣ ਵਾਲੇ 'ਚ ਵੀ ਉਹੀ ਬੈਠਾ ਤੇ ਸੁਣਨ ਵਾਲੇ 'ਚ ਵੀ ਉਹੀ ਬੈਠਾ। ਆਪੇ ਨਾਮ ਜਪਾਏਂਦਾ ਪਿਆਰਾ, ਕਹਿੰਦੇ ਆਪ ਹੀ ਨਾਮ ਜਪਾ ਰਿਹਾ ਉਹ ਆਪਣਾ, ਆਪੇ ਹੀ ਜਾਪਿਆ ਤੇ ਆਪੇ ਜਪਣ ਵਾਲਿਆਂ 'ਚ ਬੈਠਾ ਜਪੀ ਜਾਂਦਾ। ਆਪੇ ਅੰਮ੍ਰਿਤ ਆਪ ਹੈ ਪਿਆਰਾ, ਕਹਿੰਦੇ ਅੰਮ੍ਰਿਤ ਵੀ ਆਪ ਹੀ ਹੈ ਗੁਰਮੁਖੋ। ਆਪੇ ਹੀ ਰਸ ਆਪੇ, ਤੇ ਉਸ ਅੰਮ੍ਰਿਤ ਦਾ ਰਸ ਚੱਖਣ ਵਾਲਾ ਵੀ ਉਹ ਆਪ ਹੀ ਹੈ ਅਕਾਲ ਪੁਰਖ।
ये नाम रस उपदेश उन्हें आप ही पैदा किया, आप ही सुनाने वाला, आप ही सुनने वाला, आप ही उपदेशक विच, आप ही बक्ते च, आप ही ਸਰੋਤੇ च, सारे जीवां च आप। आपे अमृत आप है प्यारा, आपे ही रस आप, आपे आप सलाहन दा प्यारा। कहंदे आप ही अपनी सिफत करी जांदा, क्योंकि सिफत करन दा उपदेश भी आप दिंदा ते सिफत करन वालियां विच भी आप ही बैठा, इस करके आपे अपने आप नूं जपी जा रहा। वो ਜਦੋਂ ਆਪਾਂ ਮਹਾਰਾਜ ਜੀ ਦੀ ਪੌੜੀ ਪੜ੍ਹਦੇ ਨਾ, ਸੋ ਦਾ ਤੇਰਾ ਕਿਹਾ ਸੋ ਕਰਕੇ ਹਾਜਤ ਬੈ ਸਰਬ ਸੰਭਾਲੇ, ਵਾਜੇ ਤੇਰੇ ਨਾਦ ਅਨੇਕ ਅਸੰਖਾ ਕੀਤੇ, ਤੇਰੇ ਵਾਵਣ ਹਰ ਕੀਤੇ, ਤੇਰੇ ਰਾਗ ਪਰੀ। ਸੋ ਕਹਿਣੀ ਤੋਂ ਅੱਗੇ ਇਸ ਪੌੜੀ ਤੋਂ ਪੰਕਤੀ ਤੋਂ ਅੱਗੇ ਫਿਰ ਮਹਾਰਾਜ ਗਿਣਦੇ ਕੌਣ ਕੌਣ ਗਾ ਰਿਹਾ। ਗਾਵੇ ਤੁਹਾਨੂੰ ਪੌਣ ਪਾਣੀ ਬੈ ਸੰਤਰ, ਗਾਵੇ ਰਾਜਾ ਧਰਮ ਦਵਾਰੇ, ਗਾਵ ਤੁਧਨੋਂ ਚਿੱਤ ਗੁਪਤ ਲਿਖ ਜਾਣਨ, ਲਿਖ ਲਿਖ ਧਰਮ ਵਿਚਾਰੇ, ਗਾਵਾਂ ਤੁਧਨੋਂ ਈਸ਼ਰ ਬ੍ਰਹਮਾ। ਕਿੰਨੇ ਗਿਣੇ ਨੇ ਮਹਾਰਾਜ ਨੇ, ਕਿੰਨੇ ਗਾ ਰਹੇ ਨੇ। ਆਪਾਂ ਹੈਰਾਨ ਹੁੰਦੇ ਵੀ ਇੰਨੇ ਗਾ ਰਹੇ ਨੇ, ਵੀ ਹਵਾ ਵੀ ਗਾ ਰਹੀ, ਕਹਿੰਦੇ ਪਾਣੀ ਵੀ ਗਾ। ਇਹ ਗੁਰੂ ਨਾਨਕ ਪਾਤਸ਼ਾਹ ਜੀ ਦੇ ਬਚਨ ਨੇ। ਕਿਉਂਕਿ ਉਸ ਅਵਸਥਾ ਜਾ ਕੇ ਪਤਾ ਲੱਗਦਾ ਵੀ ਹਾਂ ਸਾਰੇ ਪਾਸੇ ਉਹ ਜਪਣ ਵਾਲਿਆਂ 'ਚ, ਜਪਾਉਣ ਵਾਲਿਆਂ 'ਚ, ਸਾਰੇ ਪਾਸੇ ਉਹ ਆਪ ਹੀ ਹੈ ਗੁਰਮੁਖੋ। ਆਪੇ ਆਪ ਸਲਾਹਨ ਦਾ ਪਿਆਰਾ, ਜਨ ਨਾਨਕ ਹਰ ਰਸ ਤਰਾਪੈ। ਕਹਿੰਦੇ ਉਹ ਜਿਨ੍ਹਾਂ ਨੂੰ ਇਹ ਸੁਣ ਲੱਗ ਪੈਂਦਾ ਨਾ, ਜਾਂ ਫਿਰ ਉਹ ਰੱਜੇ ਰੱਜੇ ਰਹਿੰਦੇ। ਫਿਰ ਉਹਨਾਂ ਦੀ ਇਹ ਹੈ ਵੀ ਜਿਵੇਂ ਭਗਤ ਕਹਿੰਦੇ ਨਾ ਵੀ ਅਸੀਂ ਬੜੇ ਖੁਸ਼ ਹਾਂ, ਅਸੀਂ ਬੜੇ ਪ੍ਰਸੰਨ। ਬਸ ਉਹ ਭਗਤਾਂ ਵਾਲੀ ਅਵਸਥਾ ਜਿਹੜੀ ਹੈ ਉਹ ਜਿਨ੍ਹਾਂ ਗੁਰਮੁਖਾਂ ਤੇ ਉਹ ਕਿਰਪਾ ਕਰ ਦਿੰਦਾ, ਉਹਨਾਂ ਨੂੰ ਫਿਰ ਗੁਰਮੁਖ ਹੋਏ ਪ੍ਰਾਪਤ ਹੁੰਦੀ। ਜਨ ਨਾਨਕ ਹਰ ਰਸ ਤਰਾਪੇ, ਤਰਾਪੇ ਹੁੰਦਾ ਰੱਜਿਆ। ਕਹਿੰਦੇ ਹਰੀ ਰਸ ਨਾਲ ਫਿਰ ਉਹ ਗੁਰਮੁਖ ਸੰਤੋਖੀ ਹੁੰਦੇ, ਰੱਜੇ ਰੱਜੇ ਰਹਿੰਦੇ। ਇਹ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸਾਧ ਸੰਗਤ ਜੀ ਕਿਰਪਾ ਕੀਤੀ। ਧੰਨ ਗੁਰੂ ਰਾਮਦਾਸ ਮਹਾਰਾਜ ਅਕਾਲ ਪੁਰਖ ਵਾਹਿਗੁਰੂ ਦੀ ਸਰਬ ਵਿਆਪਕਤਾ ਹੀ ਦਰਸਾ ਰਹੇ ਨੇ ਇਹਨਾਂ ਸਾਰੇ ਸ਼ਬਦਾਂ 'ਚ, ਕਿ ਗੁਰਮੁਖੋ ਉਸ ਪ੍ਰਮਾਤਮਾ ਤੋਂ ਬਿਨਾਂ ਅਸਲ 'ਚ ਹੋਰ ਕੋਈ ਹੈ ਨਹੀਂ। ਸਾਰੇ ਪਾਸੇ ਉਸ ਅਕਾਲ ਪੁਰਖ ਦੀ ਜੋਤ ਹੀ ਵਰਤਦੀ ਪਈ ਏ। ਸਤਿਗੁਰੂ ਜੀ ਨੇ ਪਾਵਨ ਪਿੱਤਰ ਉਪਦੇਸ਼ ਬਖਸ਼ਿਸ਼ ਕੀਤਾ ਜੀ। ਵਿਚਾਰ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਆਪ ਸੰਗਤਾਂ ਨੇ ਬਖਸ਼ ਦੇਣੀ। ਲੇਖਿਆ ਕਤੇ ਨਾ ਛੁੱਟੀ ਖਿਨ ਖਿਨ ਭੂਲਣਹਾਰ, ਬਖਸ਼ਣਹਾਰ ਬਖਸ਼ਦਾ ਨਾਨਕ ਪਾਰ ਉਤਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਰਾਮ ਕਲੀ ਮਹੱਲਾ ਤੀਜਾ। ਆਨੰਦ ਏਕ ਓੰਕਾਰ।